ਇੱਕ ਇੰਨੇ ਨੇਕ ਕਾਬਲ ਤੇ ਵਧੀਆ ਆਫੀਸਰ ਨੂੰ ਇਸ ਤਰ੍ਹਾਂ ਬੇਇੱਜ਼ਤ ਕਰਕੇ ਫੌਜ ਦੇ ਵਿੱਚੋਂ ਕੋਰਟ ਮਾਰਸ਼ਲ ਕਰਕੇ ਉਹ ਵੀ ਰਿਟਾਇਰਮੈਂਟ ਤੋਂ 1-2 ਦਿਨ ਪਹਿਲਾਂ ਬੇਇੱਜ਼ਤ ਕਰਨਾ ਇਹ ਬਹੁਤ ਘਟੀਆ ਗੱਲ ਹੈ। ਪਰ ਜਦੋਂ ਜਨਰਲ ਸ਼ਬੇਗ ਸਿੰਘ ਹੁਕਮਦੂਲੀ ਕਰਦੇ ਨੇ ਤਾਂ ਮੈਂ ਸੋਚਦਾ ਕਿ ਘੱਟ ਗਿਣਤੀ ਸਿੱਖ ਹੋਣ ਦਾ ਫਰਕ ਹੋਰ ਕਿੱਥੇ ਪੈਦਾ ਹੁੰਦਾ ਤੇ ਉਹਨਾਂ ਨੂੰ ਰਿਟਾਇਰ ਹੋਣ ਤੋਂ 1 ਦਿਨ ਪਹਿਲਾਂ 3 ਗੰਭੀਰ ਇਲਜ਼ਾਮ ਲਾ ਦਿੱਤੇ ਜਾਂਦੇ ਨੇ। ਜੇ ਤੁਸੀਂ ਇੱਕ ਮਕਾਨ ਖਰੀਦਿਆ ਪੈਸੇ ਕਿੱਥੋਂ ਆਏ, ਤੁਹਾਡੇ ਇੱਕ ਜੂਨੀਅਰ ਆਫੀਸਰ ਨੇ ਤੁਹਾਨੂੰ ਇੱਕ ਗਿਫਟ ਦਿੱਤਾ ਹੈ ਤੇ ਤੀਸਰਾ ਤੁਸੀਂ ਇੱਕ ਆਰਮੀ ਦਾ ਡਿਸਪੋਜ਼ੇਬਲ ਟਰੱਕ ਖਰੀਦਿਆ। ਕਿ ਬੇਸ਼ੱਕ ਬਾਅਦ ਦੇ ਵਿੱਚ ਹੋਈ ਅਦਾਲਤੀ ਕਾਰਵਾਈ ਦੇ ਵਿੱਚ ਉਹ ਇਹਦੇ 'ਚੋਂ ਪੂਰੀ ਤਰ੍ਹਾਂ ਨਾਲ ਸੁਰਖਰੂ ਹੋ ਜਾਂਦੇ ਨੇ। ਇਹਨਾਂ ਤਿੰਨਾਂ ਹੀ ਦੋਸ਼ਾਂ ਦੇ ਵਿੱਚੋਂ ਕੋਈ ਵੀ ਦੋਸ਼ ਉਹਨਾਂ ਦੇ ਉੱਪਰ ਸਾਬਤ ਨਹੀਂ ਹੁੰਦਾ, ਉਹਨਾਂ ਦੀ ਪੈਨਸ਼ਨ ਵੀ ਬਹਾਲ ਹੋ ਜਾਂਦੀ ਹੈ। ਪਰ ਉਹਨਾਂ ਨੂੰ ਸਦਮਾ ਕਿੰਨਾ ਲੱਗਾ ਹੋਵੇ। ਉਹਨਾਂ ਨੇ ਇੱਕ ਪ੍ਰੈਸ ਰਿਪੋਰਟਰ ਨੇ ਸਵਾਲ ਵੀ ਕੀਤਾ ਸੀਗਾ ਕਿ ਤੁਸੀਂ ਦੇਸ਼ ਦੇ ਵਾਸਤੇ ਇੰਨਾ ਕੁਛ ਕੀਤਾ ਤੇ ਅੱਜ ਦੇਸ਼ ਦੀ ਸੈਨਾ ਜਿਹੜੀ ਹੈ ਉਹ ਹਮਲਾਵਰ ਹੋ ਕੇ ਆਵੇਗੀ ਤੇ ਤੁਸੀਂ ਉਸ ਸੈਨਾ ਦੇ ਖਿਲਾਫ ਖੜੇ ਹੋ। ਤਾਂ ਮੈਂ ਸ਼ਾਇਦ ਬਲਬੀਰ ਸਿੰਘ ਸੰਧੂ ਉਹਨਾਂ ਦੀ ਕਿਤਾਬ 'ਚ ਸ਼ਬਦਾਵਲੀ ਨੂੰ ਪੜ੍ਹਿਆ ਕਿ ਜਿਸ ਦੇਸ਼ ਦੇ ਵਾਸਤੇ ਮੈਂ ਇੰਨਾ ਕੁਛ ਕੀਤਾ ਉਸ ਦੇਸ਼ ਦੀ ਸੈਨਾ 'ਚ ਜਾਣ ਤੋਂ ਪਹਿਲਾਂ ਮੈਂ ਆਪਣੇ ਇਸ਼ਟ ਦੀ ਕਸਮ ਖਾਧੀ ਸੀ ਤੇ ਜੇਕਰ ਮੇਰੇ ਇਸ਼ਟ ਦੇ ਉੱਪਰ ਕੋਈ ਹਮਲਾਵਰ ਹੋ ਕੇ ਆਉਂਦਾ ਤਾਂ ਦੇਸ਼ ਤੋਂ ਪਹਿਲਾਂ ਮੇਰੇ ਵਾਸਤੇ ਮੇਰਾ ਇਸ਼ਟ ਹੈ। ਕਿ ਅਕਾਲ ਤਖਤ ਸਾਹਿਬ ਹੀ ਸਾਰੀ ਰਣਨੀਤੀ ਦਾ ਕੇਂਦਰ ਬਣ ਗਿਆ ਸੀ। ਫੌਜੀ ਮਾਹਰਾਂ ਦੇ ਮੁਤਾਬਕ ਸਭ ਤੋਂ ਵੱਧ ਸਕੁਐਸ਼ ਹੈਡ ਸ਼ੈਲ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਨੂੰ ਸਭ ਤੋਂ ਵੱਧ ਗੋਲੇ ਮਾਰੇ ਜਾਂਦੇ ਨੇ। ਇਹਦੇ ਬਾਵਜੂਦ ਅਕਾਲ ਤਖਤ ਸਾਹਿਬ ਦੀ ਮੋਰਚਾਬੰਦੀ ਕਿਵੇਂ ਦੀ ਹੋਵੇਗੀ ਕਿ ਅੰਦਰ ਸ਼ਹਾਦਤ ਕੋਈ ਨਹੀਂ। ਜਨਰਲ ਸ਼ਬੇਗ ਸਿੰਘ ਦੀ ਜਿਹੜੀ ਮ੍ਰਿਤਕ ਦੇ ਆ ਉਹ ਬੇਸ਼ੱਕ ਅਕਾਲ ਤਖਤ ਸਾਹਿਬ ਦੀ ਹੇਠਲੀ ਮੰਜ਼ਿਲ 'ਚੋਂ ਜਿਹਨੂੰ ਆਪਾਂ ਭੋਰਾ ਕਹਿੰਦੇ ਆ ਉਹਦੇ 'ਚੋਂ ਬਰਾਮਦ ਹੋਈ, ਪਰ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਉਹਦੇ ਮੁਤਾਬਕ ਉਹਨਾਂ ਦੇ ਜਿਹੜੀਆਂ 4 ਗੋਲੀਆਂ ਲੱਗੀਆਂ ਨੇ। ਜਰਨੈਲ ਸਿੰਘ ਉਹਨਾਂ ਦੇ ਨਾਲ ਜਿਹੜੀ ਉਹ ਵਾਰਤਾਲਾਪ ਹੋਈ ਉਹਦੇ ਵਿੱਚ ਉਹਨਾਂ ਨੇ ਇੰਨਾ ਹੀ ਕਿਹਾ ਕਿ ਮੈਂ ਚਾਹੁੰਦਾ ਸੀਗਾ ਕਿ ਮੇਰਾ ਜਿਹੜਾ ਅੰਤਮ ਸਮਾਂ ਵਾ ਉਹ ਅਕਾਲ ਤਖਤ ਸਾਹਿਬ ਦੇ ਉੱਪਰ ਹੀ ਹੋਵੇ ਤੇ ਜਿਹੜਾ ਮੈਂ ਪ੍ਰਣ ਕੀਤਾ ਸੀ ਤੁਹਾਡੇ ਨਾਲ ਉਸ ਮੈਂ ਪ੍ਰਣ ਨੂੰ ਪੂਰਾ ਕੀਤਾ ਤੇ ਤੁਸੀਂ ਗੁਰੂ ਦੇ ਚਰਨਾਂ ਦੇ 'ਚ ਅਰਦਾਸ ਕਰਨਾ ਕਿ ਮੈਨੂੰ ਆਪਣੇ ਚਰਨਾਂ ਦੇ 'ਚ ਨਿਵਾਸ ਬਖਸ਼ਿਸ਼ ਕਰੇ। ਸੋ ਜਨਰਲ ਸੁਬੇਗ ਸਿੰਘ ਜਿਨ੍ਹਾਂ ਦੀ ਬਹੁਤ ਵੱਡੀ ਭੂਮਿਕਾ ਹੈਗੀ ਆ 1984 ਦੇ ਵਿੱਚ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੁੰਦਾ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਜਿਹੜੀਆਂ ਜਾਰੀ ਸੀ। ਉਸ ਦੌਰਾਨ ਜਨਰਲ ਸੁਬੇਗ ਸਿੰਘ ਆਪਣੀ ਰਣਨੀਤੀ ਦੇ ਦੁਆਰਾ ਕਿਸ ਪ੍ਰਕਾਰ ਮੋਰਚਾਬੰਦੀ ਕਰਦੇ ਨੇ ਔਰ ਕਿਵੇਂ ਜਿਹੜਾ ਸਿੰਘ ਨੇ ਉਹਨਾਂ ਨੂੰ ਦੱਸਦੇ ਨੇ ਕਿ ਤੁਸੀਂ ਕਿੱਥੇ ਮੋਰਚਾ ਲਗਾਉਣਾ ਆ ਔਰ ਉਹਨਾਂ ਸਾਰਿਆਂ ਨੂੰ ਮਿਲਣ ਵੀ ਜਾਂਦੇ ਨੇ, ਉਹਨਾਂ ਸਾਰਿਆਂ ਨੂੰ ਦੱਸਣ ਵੀ ਜਾਂਦੇ ਨੇ। ਸੋ ਜਨਰਲ ਸੁਬੇਗ ਸਿੰਘ ਦਾ ਪਿਛੋਕੜ ਕੀ ਸੀਗਾ, ਕਿਸ ਪ੍ਰਕਾਰ ਉਹ ਸੰਤਾਂ ਨੂੰ ਮਿਲੇ ਔਰ ਕਿਵੇਂ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਔਰ ਅੰਤਲੇ ਸਮੇਂ ਦੇ ਵਿੱਚ ਵੀ ਉਹਨਾਂ ਦਾ ਮਨ ਇਹੀ ਸੀਗਾ ਕਿ ਮੈਂ ਸੰਤਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਕੋਲ ਜਾ ਕੇ ਹੀ ਆਪਣੇ ਪ੍ਰਾਣ ਤਿਆਗਣੇ ਨੇ। ਸੋ ਸਾਡੇ ਨਾਲ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਨੇ, ਉਹਨਾਂ ਕੋਲੋਂ ਜਾਣਦੇ ਹਾਂ ਕਿਉਂਕਿ ਉਹਨਾਂ ਨੇ ਬਹੁਤ ਡੂੰਘੀ ਜਿਹੜੀ ਖੋਜ ਇਹਨਾਂ 'ਤੇ ਕੀਤੀ ਹੋਈ ਹੈ। ਪਹਿਲਾਂ ਬਹੁਤ ਸਾਰੇ ਸਿੰਘ ਜਿਹੜੇ ਜਾਣਦੇ ਸੀਗੇ ਉਹ ਦੱਸਣ ਲਈ ਤਿਆਰ ਨਹੀਂ ਸੀਗੇ, ਪਰੰਤੂ ਅੱਜ ਬਹੁਤ ਸਾਰੇ ਸਿੰਘ ਜਿਹੜੇ ਮੌਜੂਦ ਨੇ ਉਹ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਉਦੋਂ ਵਾਰਤਾਲਾਪ ਜਿਸ ਪ੍ਰਕਾਰ ਵੀ ਉਦੋਂ ਹੋਇਆ ਹੈ ਘਟਨਾਕ੍ਰਮ ਜੋ ਵੀ ਸੀਗਾ ਉਸ ਨੂੰ ਦੱਸਦੇ ਨੇ। ਸੋ ਆਪਾਂ ਡਾਕਟਰ ਉਦੋਕੇ ਕੋਲੋਂ ਜਾਣਦੇ ਹਾਂ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਨਰਲ ਸੁਬੇਗ ਸਿੰਘ ਦਾ ਬਹੁਤ ਵੱਡਾ ਨਾਂ ਹੈ, ਬਹੁਤ ਮਾਨ ਸਨਮਾਨ ਹੈ ਸਿੱਖ ਕੌਮ ਦੇ ਵਿੱਚ ਕਿਉਂਕਿ ਜੂਨ 1984 ਦੇ ਵਿੱਚ ਜੋ ਉਹਨਾਂ ਨੇ ਕਰ ਵਿਖਾਇਆ ਔਰ ਜਿਸ ਪ੍ਰਕਾਰ ਦੀ ਵਿਉਂਤਬੰਦੀ ਉਹਨਾਂ ਦੀ ਸੀਗੀ ਸ਼ਾਇਦ ਫੌਜ ਵੀ ਇਸੇ ਤੋਂ ਹੀ ਡਰਦੀ ਸੀ। ਉਹਨਾਂ ਨੂੰ ਪਤਾ ਸੀ ਜਨਰਲ ਸੁਬੇਗ ਸਿੰਘ ਅੰਦਰ ਨੇ। ਔਰ ਸਭ ਤੋਂ ਪਹਿਲਾਂ ਜੀ ਆਪਾਂ ਪਿਛੋਕੜ ਦੀ ਗੱਲ ਕਰਦੇ ਹਾਂ, ਪਿਛੋਕੜ ਕੀ ਸੀ, ਕਿਸ ਪ੍ਰਕਾਰ ਉਹ ਫੌਜ ਤੋਂ ਆਉਂਦੇ ਨੇ, ਕਿਹੜੇ ਸਮੇਂ ਦੇ ਵਿੱਚ ਉਹ ਆਰਮੀ ਜੁਆਇਨ ਕਰਦੇ ਨੇ, ਉਹ ਸਾਰਾ ਸਭ ਤੋਂ ਪਹਿਲਾਂ ਤੁਸੀਂ ਦੱਸੋ ਸਰ। ਵੇਖੋ ਇਸ ਤਰ੍ਹਾਂ ਕਿ ਜਦੋਂ ਮੈਂ ਪਹਿਲਾ ਲੇਖ ਉਹਨਾਂ ਦੇ ਉੱਪਰ ਲਿਖਿਆ ਤਾਂ ਉਸ ਲੇਖ ਦਾ ਨਾਮ ਸੀ ਮਹਿਤਾਬ ਸਿੰਘ ਮੀਰਾਕੋਟ ਦੇ ਵੰਸ਼ਜ ਜਨਰਲ ਸ਼ਬੇਗ ਸਿੰਘ। ਉਸ ਸਮੇਂ ਤੱਕ ਮੇਰੇ ਕੋਲ ਕੋਈ ਜ਼ਿਆਦਾ ਸਬੂਤ ਨਹੀਂ ਸੀ ਹੈਗੇ ਕਿਉਂਕਿ ਉਹਨਾਂ ਦੇ ਬ੍ਰਦਰ ਜਿਹੜੇ ਨੇ ਸਰਦਾਰ ਬੇਅੰਤ ਸਿੰਘ ਉਹਨਾਂ ਦੇ ਨਾਲ ਮੇਰਾ ਸੰਬੰਧ ਬਹੁਤ ਚਿਰ ਬਾਅਦ 'ਚ ਬਣਿਆ। ਉਹਦੇ ਤੋਂ ਬਾਅਦ ਉਹਨਾਂ ਦੇ ਬੇਟੇ ਇੱਕ ਸੈਕਰਾਮੈਂਟੋ ਕੈਲੀਫੋਰਨੀਆ ਰਹਿੰਦੇ ਨੇ, ਉਹਨਾਂ ਨੂੰ ਵੀ ਬਾਅਦ 'ਚ ਮੇਰੀ ਫ਼ੋਨ 'ਤੇ ਗੱਲ ਹੋਈ। ਹੁਣ ਜਿਹੜੇ ਉਹਨਾਂ ਦੇ ਬੇਟੇ ਇੱਕ ਦਿੱਲੀ ਰਹਿੰਦੇ ਨੇ ਉਹਨਾਂ ਦੇ ਨਾਲ ਫ਼ੋਨ 'ਤੇ ਬਹੁਤ ਚਿਰ ਬਾਅਦ 'ਚ ਹੁਣ ਗੱਲ ਹੋਈ ਹੈ। ਸੋ ਉਦੋਂ ਤੱਕ ਬੇਸ਼ੱਕ ਮੈਂ ਦੇਹਰਾਦੂਨ ਵੀ 2-3 ਵਾਰੀ ਜਾ ਕੇ ਆ ਚੁੱਕਾ ਸੀਗਾ ਪਰ ਕੋਈ ਇਵੇਂ ਦਾ ਨੇੜੇ ਦਾ ਪਰਿਵਾਰਕ ਰਿਸ਼ਤਾ ਨਹੀਂ ਸੀ ਬਣ ਰਿਹਾ ਕਿ ਜਿੱਥੋਂ ਮੈਨੂੰ ਬੜੀ ਸਟੀਕ ਜਾਣਕਾਰੀ ਮਿਲ ਸਕੇ। ਸੋ ਕੁਦਰਤਨ ਇੱਕ ਆਰਮੀ ਦੇ ਸੀਗੇ ਮੇਰੇ ਖਿਆਲ ਆਈ ਥਿੰਕ ਕਰਨਲ ਗਿੱਲ ਜਿਨ੍ਹਾਂ ਦਾ ਪਹਿਲਾ ਆਰਟੀਕਲ ਮੈਨੂੰ ਇੰਗਲਿਸ਼ ਦੇ ਵਿੱਚ ਮਿਲਿਆ। ਬੇਸ਼ੱਕ ਉਹਨਾਂ ਨੇ ਰਾਸ਼ਟਰਵਾਦੀ ਨਜ਼ਰੀਏ ਤੋਂ ਥੋੜ੍ਹਾ ਲਿਖਿਆ ਸੀਗਾ ਪਰ ਉਹਦੇ 'ਚ ਉਹਨਾਂ ਨੇ ਸ਼ਬੇਗ ਸਿੰਘ ਹੁਣਾਂ ਦੀਆਂ ਜਿਹੜੀਆਂ ਕੁਦਰਤੀ ਫੌਜ ਦੀਆਂ ਜਿਹੜੀਆਂ ਉਹਦੀਆਂ ਸਿਫਤਾਂ ਸੀ ਉਹੀ ਬਿਆਨ ਕੀਤੀਆਂ ਸੀ। ਉਹਦੇ ਵਿੱਚ ਜਿੱਥੇ ਬਾਕੀ ਤੇ ਜਿਹੜੇ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਦਾ ਜਿਹੜਾ ਜਨਮ ਆ ਪਿੰਡ ਖਿਆਲੇ ਦੇ ਵਿੱਚ, ਖਿਆਲਾ ਆਨੰਦ ਸਿੰਘ ਵਾਲਾ ਵੀ ਕਹਿੰਦੇ ਆ, ਉੱਥੇ ਹੋਇਆ। ਆਨੰਦ ਸਿੰਘ ਜਿਹੜੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸੀਗੇ
ਤੇ ਉਹਨਾਂ ਨੇ ਇੱਕ ਲਾਈਨ ਲਿਖ ਦਿੱਤੀ ਕਿ ਜਿਹੜਾ ਇਹ ਜਨਰਲ ਸ਼ਬੇਗ ਸਿੰਘ ਹੈ ਇਹ ਉਸੇ ਹੀ ਵੰਸ਼ਾਵਲੀ ਦੇ ਵਿੱਚੋਂ, ਉਹਨਾਂ ਲਿਖਿਆ ਸੀ ਡਾਇਰੈਕਟ ਲਾਈਨੇਜ ਫਰੋਮ ਸ਼ਬੇਗ ਸਿੰਘ ਜਿਹੜਾ ਆਪਣਾ ਮਹਿਤਾਬ ਸਿੰਘ ਮੀਰਾਕੋਟ। ਸੋ ਉਹ ਮੇਰੇ ਵਾਸਤੇ ਇੱਕ ਬੜੀ ਚੈਲੰਜਿੰਗ ਜੀ ਗੱਲ ਹੋ ਗਈ ਕਿ ਇੱਕ ਆਰਮੀ ਦਾ ਆਫੀਸਰ ਲਿਖ ਰਿਹਾ ਹੈ ਕਿ ਇਹ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸਾ ਰੰਗੜ ਦੇ ਸਿੱਧੀ ਬੰਸਾਵਲੀ ਦੇ ਵਿੱਚੋਂ ਆ ਸ਼ਬੇਗ ਸਿੰਘ। ਤਾਂ ਕੁਦਰਤੀ ਫਿਰ ਮੈਂ ਉਹ ਜਿਹੜੀਆਂ ਉਸ ਵੇਲੇ ਦੇ ਪੁਰਾਤਨ ਸਰੋਤ ਸੀ ਉਹਨਾਂ ਦੀ ਖੋਜ ਕਰਨੀ ਸ਼ੁਰੂ ਕੀਤੀ। ਫਿਰ ਪਤਾ ਲੱਗਾ ਕਿ ਕਿਹੜੇ ਸਮਿਆਂ ਦੇ ਵਿੱਚ ਜਿਹੜੇ ਰਾਏ ਭਾਗੂ ਤੋਂ ਲੈ ਕੇ ਖਾਨਦਾਨ ਜਿਹੜਾ ਅੱਗੇ ਚੱਲਦਾ ਹੈ, ਤੇ ਉਹ ਚਲਦਿਆਂ ਫਿਰ ਜਿਹੜੇ ਨੇ ਮਹਿਤਾਬ ਸਿੰਘ ਮੀਰਾਕੋਟ ਆ, ਉਹਨਾਂ ਦਾ ਬੇਟਾ ਗੁਰਾਏ ਸਿੰਘ ਆ, ਫਿਰ ਅੱਗੋਂ ਰਤਨ ਸਿੰਘ, ਉਹਨਾਂ ਦੇ ਸਰਮੁਖ ਸਿੰਘ, ਗੁਰਮੁਖ ਸਿੰਘ, ਉਹ ਸਾਰਾ ਪਰਿਵਾਰ ਕਿਵੇਂ ਚੱਲ ਕੇ ਫਿਰ ਇਹ ਜਿਹੜਾ ਹੈਗਾ ਆਨੰਦ ਸਿੰਘ, ਭਗਵਾਨ ਸਿੰਘ, ਅੱਗੋਂ ਭਗਵਾਨ ਸਿੰਘ ਦੇ ਬੇਟੇ ਸ਼ਬੇਗ ਸਿੰਘ ਹੋਣੀ, ਉਹ ਸਾਰੀ ਜਿਹੜੀ ਆ ਉਹਨਾਂ ਦੀ ਵੰਸਾਵਲੀ ਦੀ ਪਰੰਪਰਾ ਜਿਹੜੀ ਹੈ ਇੱਥੋਂ ਤੱਕ ਕਿਵੇਂ ਆਉਂਦੀ ਹੈ। ਦੂਸਰੀ ਜਿਹੜੀ ਸਭ ਤੋਂ ਅਹਿਮ ਗੱਲ ਸੀਗੀ ਕਿ ਉਹਨਾਂ ਨੇ ਪਹਿਲਾਂ ਬ੍ਰਿਟਿਸ਼ ਫੌਜ ਦੇ ਵਿੱਚ ਵੀ ਬਤੌਰ ਕਮਿਸ਼ਨਡ ਆਫੀਸਰ ਜਿਹੜਾ ਜੁਆਇਨ ਕੀਤਾ। ਉਹਦੇ ਤੋਂ ਬਾਅਦ ਦੇਸ਼ ਆਜ਼ਾਦ ਹੋ ਜਾਂਦਾ, ਫਿਰ ਇਸ ਫੌਜ ਦੇ ਵਿੱਚ ਭਰਤੀ ਹੁੰਦੇ ਨੇ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਸਟੇਟ ਵੱਲੋਂ ਕਿਸੇ ਸਟੇਟ ਨੂੰ ਤੋੜਨ ਦੀ ਨਿਭਾਈ ਗਈ ਭੂਮਿਕਾ ਇੱਕ ਬਹੁਤ ਵੱਡਾ ਐਕਸ਼ਨ ਹੁੰਦਾ। ਇਹ ਛੋਟੀ ਗੱਲ ਨਹੀਂ ਹੁੰਦੀ। ਅੱਜ ਅਸੀਂ ਕਹਿ ਦਈਏ ਕਿ ਭਾਰਤ ਦੀ ਫੌਜ ਦੀ ਦਖਲ ਅੰਦਾਜ਼ੀ ਦੇ ਨਾਲ ਜਿਹੜਾ ਵਾ ਪਾਕਿਸਤਾਨ ਦੇ 2 ਹਿੱਸੇ ਹੋ ਗਏ ਕਿ ਬੰਗਲਾਦੇਸ਼ ਵੱਖਰਾ ਹੋ ਗਿਆ, ਪਰ ਉਹ 2 ਹਿੱਸੇ ਕਰਨ ਦੇ ਵਿੱਚ ਜਿਹੜੀ ਸ਼ਬੇਗ ਸਿੰਘ ਹੁਣਾਂ ਦੀ ਭੂਮਿਕਾ ਕਿਤੇ ਕੁਦਰਤੀ, ਮੈਂ ਕਹਿੰਦਾ ਕਿ ਕੁਛ ਵਰਤਾਰੇ ਕੁਦਰਤੀ ਹੁੰਦੇ ਨੇ ਕਿ ਜਦੋਂ ਉੱਥੇ ਜਾ ਕੇ ਉਹਨਾਂ ਨੇ ਨਾਮ ਬਦਲਿਆ ਤੇ ਐਸ ਬੇਗ ਲਿਖਦੇ ਸੀ, ਉਹ ਬੇਗ ਮੁਸਲਮਾਨਾਂ ਦੇ ਪਿੱਛੇ ਵੀ ਨਾਂ ਲੱਗ ਜਾਂਦਾ, ਦੀਨਾ ਬੇਗ, ਸ਼ਾਹ ਬੇਗ, ਤਾਂ ਕੁਦਰਤੀ ਹੈ ਨਾ ਉਹਨਾਂ ਦਾ ਨਾਮ ਵੀ ਇਸ ਤਰ੍ਹਾਂ ਦਾ ਸੀਗਾ ਕਿ ਉਹ ਜਦੋਂ ਐਸ ਬੇਗ ਲਿਖ ਕੇ ਭਾਵੇਂ ਕਿ ਉਹਨਾਂ ਨੂੰ ਉੱਥੇ ਕੇਸ ਵੀ ਕਤਲ ਕਰਾਉਣੇ ਪਏ, ਔਰ ਬਹੁਤ ਔਖਾ ਹੁੰਦਾ ਇੱਕ ਵੱਖਰੇ ਸੱਭਿਆਚਾਰ ਦੇ ਵਿੱਚ, ਵੱਖਰੀ ਬੋਲੀ ਦੇ ਵਿੱਚ ਜਾ ਕੇ ਵੱਖਰੇ ਲੋਕਾਂ ਨੂੰ ਤਿਆਰ ਕਰਨਾ ਕਾਹਦੇ ਵਾਸਤੇ ਕਿ ਉਹਨਾਂ ਨੇ ਆਪਣੇ ਲਈ ਲੜਨਾ ਹੈ। ਸੋ ਕਿਸੇ ਦੂਜੇ ਨੂੰ ਦੂਜੀ ਕਮਿਊਨਿਟੀ 'ਚ ਜਾ ਕੇ ਲੜਨ ਦੇ ਵਾਸਤੇ, ਤਿਆਰ ਕਰਨ ਦੇ ਵਾਸਤੇ ਮੈਂ ਸੋਚਦਾ ਨਾ ਕਿ ਕਨਵੀਨਸਿੰਗ ਪਾਵਰ ਦੀ ਕਿੰਨੀ ਲੋੜ ਹੁੰਦੀ ਹੈ। ਤੁਸੀਂ ਕਿੰਨਾ ਮਨੁੱਖ ਨੂੰ ਪ੍ਰਭਾਵਿਤ ਕਰ ਸਕਦੇ ਹੋ। ਕਈ ਵਾਰੀ ਤਾਂ ਮੈਂ ਕਈ ਵਾਰੀ ਇੱਕ ਉਦਾਹਰਨ ਦਿੰਦਾ ਹੁੰਦਾ, ਜਨਰਲ ਸ਼ਬੇਗ ਸਿੰਘ ਦੀ ਗੱਲ ਕਰਦੇ ਹਾਂ ਕਿ ਸਾਡੇ ਕੋਲ ਕਈ ਵਾਰੀ ਆ ਕੰਪਨੀਆਂ ਵਾਲੇ ਆਉਂਦੇ ਨੇ, ਜੀ ਤੁਸੀਂ ਇੰਨੇ ਮੈਂਬਰ ਬਣਾਓ ਤੁਹਾਨੂੰ ਇੰਨੇ ਪੈਸੇ ਮਿਲਣਗੇ, ਅਤੇ ਅਸੀਂ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੇ। ਪਰ ਇੱਕ ਗੈਰ ਕੌਮ ਨੂੰ ਜਾ ਕੇ ਲੜਨ ਦੇ ਵਾਸਤੇ, ਮਰਨ ਦੇ ਵਾਸਤੇ ਇਵੇਂ ਵੱਡੇ ਰੂਪ 'ਚ ਤਿਆਰ ਕਰ ਦੇਣਾ ਕਿ ਉਹ ਇੱਕ ਦੇਸ਼ ਦੀ ਫੌਜ ਨਾਲ ਲੜ ਜਾਵੇ, ਸੋ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਇਹਦੇ ਵਿੱਚ ਬੜੀ ਵੱਡੀ ਕਨਵੀਨਸਿੰਗ ਪਾਵਰ ਦੀ ਲੋੜ ਹੁੰਦੀ ਹੈ। ਸੋ ਜਿਹੜੀ ਸ਼ਬੇਗ ਸਿੰਘ ਹੁਣਾਂ ਦੀ ਮੁਕਤੀ ਬਾਹਨੀ ਜਿਸ ਫੌਜ ਦਾ ਨਾਮ ਦਿੱਤਾ ਗਿਆ, ਉਹਦੇ 'ਚ ਜਿਹੜੀ ਬੰਗਲਾਦੇਸ਼ ਬਣਾਉਣ ਦੇ ਵਿੱਚ ਭੂਮਿਕਾ ਹੈ, ਉਹਦੇ ਵਾਸਤੇ ਤਾਂ ਮੈਂ ਸੋਚਦਾ ਕਿ ਇਸ ਸਟੇਟ ਨੂੰ, ਸਾਡੇ ਦੇਸ਼ ਨੂੰ ਹਮੇਸ਼ਾ ਹੀ ਉਹਨਾਂ ਦੇ ਰਿਣੀ ਰਹਿਣਾ ਚਾਹੀਦਾ ਸੀਗਾ। ਉਸ ਤੋਂ ਬਾਵਜੂਦ ਚਾਹੇ 65 ਦੀ ਗੱਲ 'ਚ ਕਰਦੇ ਹਾਂ, ਚਾਹੇ ਅਸੀਂ 71 ਦੀ ਜੰਗ ਗੱਲ ਕਰਦੇ ਹਾਂ, ਇਹਨਾਂ ਜਿਹੜੀਆਂ ਬਾਕੀ ਦੇਸ਼ ਦੀਆਂ ਜੰਗਾਂ ਨੇ ਉਹਨਾਂ ਦੇ ਵਿੱਚ ਵੀ ਜਿੱਥੇ ਵੀ ਪੋਸਟਡ ਸੀਗੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਈ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਰਾਫੇਲ ਦੇ ਵਿੱਚ ਘੁਟਾਲਾ ਹੁੰਦਾ ਹੈ, ਉਹ ਤੋਂ ਅੱਗੇ ਚੱਲਦੇ ਹਾਂ ਤਾਂ ਬੋਫਰਸ ਕਾਂਡ ਦੀ ਅਜੇ ਤੱਕ ਵੀ ਜਾਂਚ ਚੱਲ ਰਹੀ ਹੈ ਕਿ ਕਿੰਨੇ ਪੈਸਿਆਂ ਦਾ, ਮਤਲਬ ਕਿ ਉਹਦੇ 'ਚ ਤਾਂ ਮਿਲੀਅਨ ਬਿਲੀਅਨ ਦੀ ਗੱਲ ਆ ਜਾਂਦੀ ਹੈ। ਜਾਂ ਫਿਰ ਜੇ ਛੋਟੇ ਪੱਧਰ 'ਤੇ ਲੈ ਲਈਏ ਤਾਂ ਬਹੁਤ ਸਾਰੀਆਂ ਅੱਜ ਕੱਲ੍ਹ ਤਾਂ ਫੌਜੀਆਂ ਦੀਆਂ ਜਿਹੜੀਆਂ ਨੇ ਉਹ ਇੰਟਰਵਿਊ ਸੋਸ਼ਲ ਮੀਡੀਆ 'ਚ ਆ ਜਾਂਦੀਆਂ ਨੇ ਕਿ ਵੱਡੇ ਅਫਸਰ ਪੈਸੇ ਖਾ ਰਹੇ ਨੇ, ਸਾਨੂੰ ਰੋਟੀ ਚੰਗੀ ਨਹੀਂ ਮਿਲ ਰਹੀ। ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਕੌਫਨ ਨੇ ਉਹ ਸ਼ਹੀਦ ਹੁੰਦੇ ਨੇ, ਡੈੱਡ ਬਾਡੀਆਂ ਆਉਣ ਵਾਸਤੇ ਜਿਹੜੇ ਡੱਬੇ ਨੇ ਉਹਨਾਂ ਦੇ ਵਿੱਚ ਵੀ ਘੁਟਾਲਾ ਹੋ ਜਾਂਦਾ ਹੈ। ਪਰ ਜਨਰਲ ਸ਼ਬੇਗ ਸਿੰਘ ਦੀ ਰਿਟਾਇਰਮੈਂਟ ਤੋਂ ਪਹਿਲਾਂ ਮੈਂ ਇੱਕ ਹੋਰ ਵੀ ਤੁਹਾਡੇ 'ਚ ਗੱਲ ਸਾਂਝੀ ਕਰਾਂ। ਦਰਅਸਲ ਉਹਦਾ ਕਾਰਨ ਕੀ ਸੀ? ਕਾਰਨ ਇਹ ਸੀ ਕਿ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਜੈ ਪ੍ਰਕਾਸ਼ ਨਰਾਇਣ ਨੂੰ ਗ੍ਰਿਫਤਾਰ ਕੀਤਾ ਜਾਵੇ। ਸ਼ਬੇਗ ਸਿੰਘ ਉਹਨਾਂ ਦੇ ਉਹਨਾਂ ਨਾਲ ਚੰਗੇ ਸਬੰਧ ਸੀਗੇ। ਉਹ ਚਾਹੁੰਦੇ ਸੀਗੇ ਕਿ ਨਹੀਂ, ਜਿਹੜੀ ਆਰਮੀ ਹੈ ਉਹਨੂੰ ਰਾਜਨੀਤੀ 'ਚ ਦਖਲ ਨਹੀਂ ਦੇਣਾ ਚਾਹੀਦਾ, ਕਿ ਇੰਦਰਾ ਗਾਂਧੀ ਦੇ ਰਾਜਨੀਤਿਕ ਤਫਰਕਾਤ ਜੈ ਪ੍ਰਕਾਸ਼ ਨਰਾਇਣ ਨਾਲ ਹੋ ਸਕਦੇ ਨੇ, ਪਰ ਫੌਜ ਉਸ ਨੂੰ ਅੰਦਰ ਕਿਉਂ ਦੇਵੇ। ਹੁਣ ਇਹੀ ਗੱਲ ਜਨਰਲ ਸਿਨਹਾ ਨੇ ਕਹੀ ਸੀ ਕਿਸੇ ਵੇਲੇ, ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਭਿੰਡਰਾਂਵਾਲੇ ਸੰਤਾਂ ਦੇ ਉੱਪਰ ਹਮਲਾ ਕਰਨਾ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਨਾ ਜਾਂ ਬੰਦੀ ਬਣਾਉਣਾ, ਇਹੀ ਗੱਲ ਉਹਨਾਂ ਨੇ ਕਹੀ ਸੀ ਕਿ ਇਹ ਕੰਮ ਫੌਜ ਦਾ ਨਹੀਂ ਹੈ ਕਿ ਅੰਦਰੂਨੀ ਮਸਲਿਆਂ ਦੇ ਵਿੱਚ ਫੌਜ ਦਖਲ ਦੇਵੇ। ਪਰ ਹੁਣ ਇੱਥੇ ਫਰਕ ਕੀ ਹੈ? ਜਨਰਲ ਸਿਨਹਾ ਜਦੋਂ ਹੁਕਮ ਅਦੂਲੀ ਕਰਦੇ ਨੇ ਕਿ ਮੈਂ ਦੇਸ਼ ਦੇ ਅੰਦਰੂਨੀ ਰਾਜਨੀਤਿਕ ਮਸਲਿਆਂ 'ਚ ਦਖਲ ਨਹੀਂ ਦਊਂਗਾ, ਤਾਂ ਉਹਨਾਂ ਨੂੰ ਵੱਧ ਤੋਂ ਵੱਧ ਰਿਟਾਇਰਮੈਂਟ ਦੇ ਦਿੱਤੀ ਜਾਂਦੀ ਹੈ। ਪਰ ਜਦੋਂ ਜਨਰਲ ਸ਼ਬੇਗ ਸਿੰਘ ਹੁਕਮ ਅਦੂਲੀ ਕਰਦੇ ਨੇ ਤਾਂ ਮੈਂ ਸੋਚਦਾ ਕਿ ਘੱਟ ਗਿਣਤੀ ਸਿੱਖ ਹੋਣ ਦਾ ਫਰਕ ਹੋਰ ਕਿੱਥੇ ਪੈਦਾ ਹੁੰਦਾ, ਅਤੇ ਉਹਨਾਂ ਨੂੰ ਰਿਟਾਇਰ ਹੋਣ ਤੋਂ ਇੱਕ ਦਿਨ ਪਹਿਲਾਂ 3 ਗੰਭੀਰ ਇਲਜ਼ਾਮ ਲਾ ਦਿੱਤੇ ਜਾਂਦੇ ਨੇ। ਜੇ ਤੁਸੀਂ ਇੱਕ ਮਕਾਨ ਖਰੀਦਿਆ, ਪੈਸੇ ਕਿੱਥੋਂ ਆਏ? ਤੁਹਾਡੇ ਇੱਕ ਜੂਨੀਅਰ ਆਫੀਸਰ ਨੇ ਤੁਹਾਨੂੰ ਇੱਕ ਗਿਫਟ ਦਿੱਤਾ ਹੈ, ਅਤੇ ਤੀਸਰਾ ਤੁਸੀਂ ਇੱਕ ਆਰਮੀ ਦਾ ਡਿਸਪੋਜ਼ੇਬਲ ਟਰੱਕ ਖਰੀਦਿਆ। ਹੁਣ ਓਬਵੀਅਸਲੀ ਇੱਕ ਸਿਪਾਹੀ ਵੀ ਡਿਸਪੋਜ਼ੇਬਲ ਜਿਹੜਾ ਟਰੱਕ ਹੈ
ਉਹਨੂੰ ਖਰੀਦਣ ਦੀ ਡਿਸਪੋਜ਼ਲ 'ਚ ਜਿਹੜੇ ਆਉਂਦੇ ਨੇ, ਤੇ ਉਹ ਡਿਸਪੋਜ਼ਲ 'ਚ ਜਿਹੜੇ ਟਰੱਕ ਉਹਨਾਂ ਵੱਲੋਂ ਆਕਸ਼ਨ ਕੀਤੀ ਜਾਂਦੀ, ਨਿਲਾਮ ਕੀਤੇ ਜਾਂਦੇ ਨੇ। ਇਹ ਤਾਂ ਇੱਕ ਸਿਪਾਹੀ ਵੀ ਜੀਪ ਜਾਂ ਟਰੱਕ ਜਾਂ ਮੋਟਰਸਾਈਕਲ ਖਰੀਦਣ ਦੀ ਸਮਰੱਥਾ ਰੱਖਦਾ, ਤਾਂ ਉਹ ਤਾਂ ਫਿਰ ਵੀ ਇੱਕ ਚੰਗੇ ਪਰਿਵਾਰ ਦੇ ਵਿੱਚੋਂ ਸੀਗੇ, ਇੱਕ ਚੰਗੇ ਅਹੁਦੇ ਦੇ ਉੱਪਰ ਸੀਗੇ। ਸੋ ਕਹਿਣ ਦਾ ਭਾਵ ਕਿ ਬੇਸ਼ੱਕ ਬਾਅਦ ਦੇ ਵਿੱਚ ਹੋਈ ਅਦਾਲਤੀ ਕਾਰਵਾਈ ਦੇ ਵਿੱਚ ਉਹ ਇਹਦੇ 'ਚੋਂ ਪੂਰੀ ਤਰ੍ਹਾਂ ਨਾਲ ਸੁਰਖਰੂ ਹੋ ਜਾਂਦੇ ਨੇ। ਇਹਨਾਂ ਤਿੰਨਾਂ ਹੀ ਦੋਸ਼ਾਂ ਦੇ ਵਿੱਚੋਂ ਕੋਈ ਵੀ ਦੋਸ਼ ਉਹਨਾਂ ਦੇ ਉੱਪਰ ਸਾਬਤ ਨਹੀਂ ਹੁੰਦਾ, ਉਹਨਾਂ ਦੀ ਪੈਨਸ਼ਨ ਵੀ ਬਹਾਲ ਹੋ ਜਾਂਦੀ ਹੈ। ਪਰ ਉਹਨਾਂ ਨੂੰ ਸਦਮਾ ਕਿੰਨਾ ਲੱਗਾ ਹੋਵੇਗਾ ਕਿ ਜਿਸ ਦੇਸ਼ ਦੇ ਵਾਸਤੇ ਬ੍ਰਿਟਿਸ਼ ਤੋਂ ਲੈ ਕੇ ਹੁਣ ਤੱਕ ਉਹ ਲੜਦੇ ਰਹੇ ਨੇ ਔਰ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਕਿ ਉਹਨਾਂ ਦੇ ਪਿੱਛੇ ਪਰਿਵਾਰ ਦੇ ਵਿੱਚ ਮੌਤਾਂ ਵੀ ਹੋਈਆਂ ਨੇ, ਉਹਦੇ ਬਾਵਜੂਦ ਵੀ ਉਹ ਘਰ ਨਹੀਂ ਆ ਸਕੇ। ਉਹਨਾਂ ਨੇ ਉਸ ਗੱਲ ਨੂੰ ਵੀ ਆਪਣੇ ਕਹਿ ਸਕਦੇ ਹੋ ਕਿ ਆਪਣੇ ਉੱਪਰ ਸਹਿਆ। ਪਰ ਇਹਦੇ ਬਾਵਜੂਦ ਇੱਕ ਇੰਨੇ ਨੇਕ, ਕਾਬਲ ਤੇ ਵਧੀਆ ਆਫੀਸਰ ਨੂੰ ਇਸ ਤਰ੍ਹਾਂ ਬੇਇੱਜ਼ਤ ਕਰਕੇ ਫੌਜ ਦੇ ਵਿੱਚੋਂ ਕੋਰਟ ਮਾਰਸ਼ਲ ਕਰਕੇ, ਉਹ ਵੀ ਰਿਟਾਇਰਮੈਂਟ ਤੋਂ 1-2 ਦਿਨ ਪਹਿਲਾਂ ਬੇਇੱਜ਼ਤ ਕਰਨਾ, ਇਹ ਬਹੁਤ ਘਟੀਆ ਕਾਰਨਾਮਾ ਸੀ। ਸੋ ਅਸੀਂ ਗੱਲ ਕਰਦੇ ਹਾਂ ਵੀ ਅੱਗੇ ਜਦੋਂ ਸੰਤ ਜਰਨੈਲ ਸਿੰਘ ਜੀ ਨੂੰ ਜਦੋਂ ਦਰਬਾਰ ਸਾਹਿਬ ਮਿਲਦੇ ਨੇ, 1981 ਦੀ ਗੱਲ ਹੈ, ਉਹਨਾਂ ਦਾ ਮਿਲਾਪ ਕਿੱਦਾਂ ਹੁੰਦਾ ਹੈ ਤੇ ਕਿਵੇਂ ਫਿਰ ਉਹ ਇੱਥੇ ਹੀ ਜਿਹੜਾ ਆ ਆਉਣ ਜਾਣ ਲੱਗ ਪੈਂਦੇ ਨੇ, ਫਿਰ ਇੱਥੇ ਹੀ ਰਹਿੰਦੇ ਨੇ? ਬਿਲਕੁਲ। ਪਹਿਲਾਂ ਤਾਂ ਮੈਨੂੰ ਵੀ ਪਰਸੋਂ ਹੀ ਮੈਂ ਇੱਕ ਇੰਟਰਵਿਊ ਦੇ ਵਿੱਚ ਸੀਗਾ, ਤਾਂ ਮੇਰੇ ਨਾਲ ਪ੍ਰੋਫੈਸਰ ਬਲਜਿੰਦਰ ਸਿੰਘ ਸੀਗੇ ਜਿਹੜੇ ਹਵਾਰਾ ਕਮੇਟੀ ਦੇ ਬੁਲਾਰੇ ਨੇ, ਤੇ ਉਹਨਾਂ ਨੇ ਇਹ ਗੱਲ ਸਾਂਝੀ ਕੀਤੀ ਕਿਉਂਕਿ ਉਹਨਾਂ ਦਾ ਪਰਿਵਾਰ ਡੇਰਾਦੂਨ ਰਹਿੰਦਾ ਸੀਗੇ, ਤੇ ਉਹਨਾਂ ਨੇ ਦੱਸਿਆ ਕਿ ਪਹਿਲੀ ਵਾਰੀ ਸ਼ਬੇਕ ਸਿੰਘ ਹੁਣਾਂ ਨੂੰ ਮਈਤੇ ਮੈਂ ਲੈ ਕੇ ਆਇਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਕੋਲ। ਮੈਂ ਫਸਟ ਟਾਈਮ ਉਹਨਾਂ ਦੇ ਕੋਲੋਂ ਸੁਣਿਆ ਔਰ ਮੈਨੂੰ ਵਧੀਆ ਲੱਗਾ। ਇੱਕ ਮੈਨੂੰ ਇਹ ਵੀ ਸਵਾਲ ਵਿੱਚੋਂ ਆਉਂਦਾ ਹੈ ਕਿ ਉਹਨਾਂ ਦਾ ਆਪਣਾ ਮਨ ਸੀਗਾ ਮਿਲਣ ਦਾ ਕਿ ਜਾਂ ਸਿਰਫ ਕਹਿ ਕਵਾ ਕੇ ਜਿਵੇਂ ਕਹਿ ਦਿੰਦਾ ਕਿ ਆਪਾਂ ਚੱਲਦੇ ਹਾਂ? ਨਹੀਂ, ਇਹ ਉਹਨਾਂ ਨੇ ਇਹ ਗੱਲ ਦੱਸੀ। ਉਹਨਾਂ ਨੂੰ ਸਵਾਲ ਕੀਤਾ ਕਿ ਬਕਾਇਦਾ ਐਂਕਰਿੰਗ ਕਰ ਰਹੇ ਜਿਹੜੇ ਵੀਰ ਸੀ, ਉਹਨਾਂ ਨੇ ਸਵਾਲ ਕੀਤਾ, ਜਿਹੜੇ ਹੋਸਟ ਕਰ ਰਹੇ ਸੀ ਉਸ ਪ੍ਰੋਗਰਾਮ ਨੂੰ, ਕਿ ਉਹਨਾਂ ਦਾ ਆਪਣਾ ਵੀ ਕੀ ਮਾਨਸਿਕਤਾ ਸੀ। ਕਹਿੰਦੇ ਹਾਂ, ਜਦੋਂ ਵੀ ਮੈਂ ਜਾਂਦਾ ਸੀ ਅੰਮ੍ਰਿਤਸਰ ਤੋਂ ਡੇਰਾਦੂਨ, ਤਾਂ ਅਕਸਰ ਜਿਹੜੀਆਂ ਪੰਥਕ ਹਲਕਿਆਂ 'ਚ ਚੱਲ ਰਹੇ ਜਿਹੜੇ ਵਰਤਾਰੇ ਹੁੰਦੇ ਸੀ, ਉਹਨਾਂ ਦੀ ਅਕਸਰ ਚਰਚਾ ਕਰਦੇ ਸੀ, ਤੇ ਉਹਨਾਂ ਦੇ ਮਨ ਦੇ ਵਿੱਚ ਮਿਲਣ ਦੀ ਪ੍ਰਬਲ ਇੱਛਾ ਵੀ ਸੀ। ਜਾਨੀ ਕਿ ਉਹਨਾਂ ਦਾ ਜਿਹੜਾ ਜੋ ਵੀ ਇੱਥੇ ਹੁੰਦਾ ਸੀਗਾ ਉਹਦੇ ਤੇ ਜਿਹੜੀ ਨਿਗਾਹ ਉਹ ਬਿਲਕੁਲ ਰਹਿੰਦੀ ਸੀ। ਬਿਲਕੁਲ। ਪ੍ਰੋਫੈਸਰ ਬਲਜਿੰਦਰ ਸਿੰਘ ਉਹਨਾਂ ਨੇ ਬਹੁਤ ਦੱਸਿਆ ਵਿਸਤਾਰ ਦੇ ਵਿੱਚ ਕਿ ਉਹ ਅਕਸਰ ਜਿਹੜੇ ਵਰਤਾਰੇ ਪੰਜਾਬ ਦੇ ਵਿੱਚ ਵਾਪਰ ਰਹੇ ਸੀ, ਉਹਨਾਂ ਦੇ ਨਾਲ ਜਿਸ ਤਰ੍ਹਾਂ ਬੰਦਾ ਮਾਨਸਿਕ ਤੌਰ ਤੇ ਜੁੜਿਆ ਹੁੰਦਾ, ਇਸ ਤਰ੍ਹਾਂ ਜੁੜੇ ਹੋਏ ਸੀਗੇ। ਤੇ ਕਹਿੰਦੇ ਕਿ ਜਦੋਂ ਮੈਂ ਕਿਹਾ, ਕਹਿੰਦੇ ਹਾਲਾਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਸੀਗੀ ਗੱਡੀ ਸੀਗੀ ਜਿਹੜੀ ਉਹ ਜਿਹਦੇ ਵਿੱਚ ਉਹ ਚਲਾ ਕੇ, ਕਹਿੰਦੇ ਆਪ ਡੇਰਾਦੂਨ ਤੋਂ ਗੱਡੀ ਚਲਾ ਕੇ ਲੈ ਕੇ ਆਏ, ਤੇ ਗੱਡੀ ਦੇ ਹਾਰਨ 'ਚ ਕੋਈ ਮਾੜੀ ਜਿਹੀ ਪ੍ਰੋਬਲਮ ਸੀ, ਪਰ ਉਹਨਾਂ ਦੇ ਮਨ 'ਚ ਸੰਤਾਂ ਨੂੰ ਮਿਲਦਾ ਚਾਹ ਇੰਨਾ ਸੀਗਾ। ਕਹਿੰਦੇ ਕੋਈ ਗੱਲ ਨਹੀਂ, ਇਹ ਸਭ ਕੁਝ ਬਾਅਦ 'ਚ ਕਰਵਾ ਲਵਾਂਗੇ, ਪਹਿਲਾਂ ਆਪਾਂ ਨੇ ਹੁਣ ਪ੍ਰੋਗਰਾਮ ਬਣਿਆ ਤੇ ਆਪਾਂ ਨੂੰ ਉੱਤੇ ਪਹੁੰਚਣਾ ਚਾਹੀਦਾ। ਤੇ ਕਹਿੰਦਾ ਕਿ ਉਹ ਆਪ ਹੀ ਡਰਾਈਵ ਕਰਕੇ ਉੱਥੋਂ ਮੇਰੇ ਨਾਲ ਆਏ, ਸੰਤਾਂ ਦੇ ਨਾਲ ਮੁਲਾਕਾਤ ਹੋਈ। ਉਸ ਤੋਂ ਬਾਅਦ ਮੇਰੇ ਖਿਆਲ ਸਰਦਾਰ ਮੋਹਕਮ ਸਿੰਘ ਹੁਣਾਂ ਨੇ ਆਪਣੇ ਇੱਕ ਇੰਟਰਵਿਊ 'ਚ ਵੀ ਦੱਸਿਆ ਸੀਗਾ ਕਿ ਉਹਨਾਂ ਨੇ ਸੰਤਾਂ ਨੂੰ ਇੱਕ ਰਿਵਾਲਵਰ ਜਿਹੜਾ ਸੀਗਾ ਉਹ ਵੀ ਬਹੁਤ ਵਧੀਆ ਵਿਦੇਸ਼ੀ ਰਿਵਾਲਵਰ ਗਿਫਟ ਕੀਤਾ, ਤੇ ਜਿੱਥੋਂ ਉਹਨਾਂ ਦੇ ਫਿਰ ਜਿਹੜੇ ਸਬੰਧ ਸੀਗੇ ਸੰਤ ਜਰਨੈਲ ਸਿੰਘ ਹੁਣਾਂ ਦੇ ਨਾਲ ਬਹੁਤ ਨੇੜੇ ਦੇ ਬਣ ਗਏ। ਮੈਨੂੰ ਲੱਗਦਾ ਹੈ ਕਿ ਜਦੋਂ ਉਹਨਾਂ ਨੂੰ ਇੱਕ ਪ੍ਰੈਸ ਰਿਪੋਰਟਰ ਨੇ ਸਵਾਲ ਵੀ ਕੀਤਾ ਸੀਗਾ ਕਿ ਤੁਸੀਂ ਦੇਸ਼ ਦੇ ਵਾਸਤੇ ਇੰਨਾ ਕੁਝ ਕੀਤਾ, ਤੇ ਅੱਜ ਦੇਸ਼ ਦੀ ਸੈਨਾ ਜਿਹੜੀ ਆ ਉਹ ਹਮਲਾਵਰ ਹੋ ਕੇ ਆਵੇਗੀ, ਤੇ ਤੁਸੀਂ ਉਸ ਸੈਨਾ ਦੇ ਖਿਲਾਫ ਖੜੇ ਹੋ। ਤਾਂ ਮੈਂ ਸ਼ਾਇਦ ਬਲਬੀਰ ਸਿੰਘ ਸੰਧੂ ਹੁਣਾਂ ਦੀ ਕਿਤਾਬ 'ਚ ਸ਼ਬਦਾਵਲੀ ਨੂੰ ਪੜ੍ਹਿਆ ਕਿ ਜਿਸ ਦੇਸ਼ ਦੇ ਵਾਸਤੇ ਮੈਂ ਇੰਨਾ ਕੁਛ ਕੀਤਾ, ਉਸ ਦੇਸ਼ ਦੀ ਸੈਨਾ 'ਚ ਜਾਣ ਤੋਂ ਪਹਿਲਾਂ ਮੈਂ ਆਪਣੇ ਇਸ਼ਟ ਦੀ ਕਸਮ ਖਾਧੀ ਸੀ, ਤੇ ਜੇਕਰ ਮੇਰੇ ਇਸ਼ਟ ਦੇ ਉੱਪਰ ਕੋਈ ਹਮਲਾਵਰ ਹੋ ਕੇ ਆਉਂਦਾ ਤਾਂ ਦੇਸ਼ ਤੋਂ ਪਹਿਲਾਂ ਮੇਰੇ ਵਾਸਤੇ ਮੇਰਾ ਇਸ਼ਟ ਹੈ। ਸੋ ਇਹ ਗੱਲਾਂ ਬੜੀਆਂ ਅਹਿਮ ਨੇ ਜਿਹੜੀਆਂ ਉਹਦੇ ਵਿੱਚ ਨੇ। ਸੋ 1 ਜੂਨ ਨੂੰ ਫੌਜ ਜਿਹੜੀ ਆ ਉਹ ਹਮਲਾ ਕਰ ਦਿੰਦੀ ਹੈ। ਤਿਆਰੀਆਂ ਜਿਹੜੀਆਂ ਉਹ ਪਹਿਲਾਂ ਹੀ ਕਰ ਲਈਆਂ ਜਾਂਦੀਆਂ ਨੇ, ਤੇ ਇੱਧਰ ਵੀ ਸਿੰਘਾਂ ਨੇ ਵੀ ਮੋਰਚਾਬੰਦੀ ਜਿਹੜੀ ਉਹ ਪਹਿਲਾਂ ਹੀ ਕੀਤੀ ਸੀਗੀ, ਪਰੰਤੂ ਕੁਝ ਹਵਾਲੇ ਅਜਿਹੇ ਵੀ ਮਿਲਦੇ ਨੇ ਜਿੱਥੋਂ ਪਤਾ ਲੱਗਦਾ ਹੈ ਕਿ ਇਹ ਸਾਰੀ ਜਾਣਕਾਰੀ ਫੌਜ ਦੇ ਕੋਲ ਪਹਿਲਾਂ ਪਹੁੰਚ ਚੁੱਕੀ ਸੀ ਕਿ ਮੋਰਚਾਬੰਦੀ ਜਿਹੜੀ ਹੈ ਸਿੰਘਾਂ ਦੀ ਉਹ ਕਿੱਥੇ ਕਿੱਥੇ ਹੈ, ਕਿਉਂਕਿ ਉਹਨਾਂ ਦੇ ਆਪਣੇ ਵੀ ਬਹੁਤ ਬੰਦੇ ਵਿੱਚ ਸੈੱਟ ਕੀਤੇ ਹੋਏ ਸੀਗੇ। ਉਸ ਤੋਂ ਬਾਅਦ 3 ਤਰੀਕ ਨੂੰ ਵੀ ਜਨਰਲ ਸੁਬੇਗ ਸਿੰਘ ਰਾਤ ਨੂੰ ਹੀ ਮੋਰਚਾਬੰਦੀ ਦੁਬਾਰਾ ਤੋਂ ਵੀ ਸਾਰੀ ਕਰਦੇ ਨੇ, ਕਿਉਂਕਿ ਪਹਿਲੇ ਮੋਰਚੇ ਉਡਾ ਦਿੱਤੇ ਜਾਂਦੇ ਨੇ। ਸੋ ਉਹ ਜ਼ਰੂਰ ਦੱਸਿਓ। ਹਾਂ, ਉਹਦੇ 'ਚ 2 ਗੱਲਾਂ ਨੇ ਕਿ ਮੈਨੂੰ ਕੁਲਦੀਪ ਬਰਾੜ ਦੀ ਕਿਤਾਬ ਦੇ ਵਿੱਚੋਂ ਨਾ ਤੁਹਾਨੂੰ ਦੁਸ਼ਮਣ ਵੀ ਜਦੋਂ ਕੋਈ ਯੁੱਧ ਨੀਤੀ ਦੇ ਬਾਰੇ ਲਿਖਦਾ ਹੈ ਤਾਂ ਉਹਦੇ ਵਿੱਚੋਂ ਤੁਹਾਨੂੰ 2-3 ਗੱਲਾਂ ਜਿਹੜੇ 2-3 ਪੱਖ ਸਾਹਮਣੇ ਆ ਜਾਂਦੇ ਨੇ। ਉਹ ਕਹਿੰਦਾ ਹੈ ਕਿ ਜਿਹੜੀ ਮੋਰਚਾਬੰਦੀ ਦਾ ਸਾਨੂੰ ਪਹਿਲਾ ਮੁਕਾਬਲਾ ਕਰਨਾ ਪਿਆ, ਜੇਕਰ ਮੋਰਚਾਬੰਦੀ ਉਸੇ ਤਰਤੀਬ ਦੀ ਹੁੰਦੀ ਤੇ ਦਰਬਾਰ ਸਾਹਿਬ ਦੇ ਉੱਪਰ ਹਮਲਾਵਰ ਹੋ ਕੇ ਕਬਜ਼ਾ ਕਰਨਾ ਕੋਈ ਔਖਾ ਨਹੀਂ ਸੀ। ਇਹਦਾ ਮਤਲਬ ਕਿ ਜਿਹੜੀ ਮੋਰਚਾਬੰਦੀ ਵਿਖਾਈ ਜਾ ਰਹੀ ਸੀ ਉਹ ਹੋਰ ਸੀ, ਤੇ ਜਿਸ ਮੋਰਚਾਬੰਦੀ ਦੀ ਤਿਆਰੀ ਸੀ ਉਹ ਹੋਰ ਸੀ। ਜਿਹੜੀ ਵਿਖਾਈ ਜਾ ਰਹੀ ਹੈ ਉਹ ਤੇ ਕਹਿੰਦਾ ਕਿ ਜਦੋਂ ਅਸੀਂ ਬ੍ਰਹਮ ਬੂਟਾ ਅਖਾੜਾ, ਹੋਟਲ ਟੈਂਪਲ ਵਿਊ ਤੇ ਬੁੰਗੇ ਤੇ
ਉੱਤਰੀ ਦੁਆਰ ਜਿਹੜਾ ਘੰਟਾ ਘਰ ਵਾਲਾ ਪਾਸਾ, ਕਹਿੰਦਾ ਜਦੋਂ ਇਹਦੇ ਉੱਪਰ ਅਸੀਂ ਤੋਪਾਂ ਦੀਆਂ ਤੇ ਜਿਹੜੀ 3.7 ਹੌਵਿਟਜ਼ਰ ਮਾਊਂਟੇਨ ਗਨ ਹੈ ਉਹਦੇ ਗੋਲਿਆਂ ਦੇ ਨਾਲ ਜਦੋਂ ਅਸੀਂ ਸਾਰੇ ਮੋਰਚੇ ਤਬਾਹ ਕੀਤੇ ਤੇ ਸਾਨੂੰ ਲੱਗਾ ਕਿ ਅੰਦਰ ਕੋਈ ਔਖਾ ਹੀ ਨਹੀਂ ਹੈ। ਪਰ ਕਹਿੰਦਾ ਕਿ ਜਦੋਂ ਅੰਦਰ ਦਾਖਲ ਹੋਏ ਤੇ ਫਿਰ ਇੱਕ ਸ਼ਬਦ ਵਰਤਦਾ ਹੈ, ਕਹਿੰਦਾ ਕਿ ਗਰਾਊਂਡ ਆਫ ਜਿਹੜਾ ਹੈਗਾ ਟੈਕਟੀਕਲ ਹੈੱਡਕੁਆਟਰ, ਜਾਂ ਉਹਨੂੰ ਕਹਿੰਦਾ ਕਿ ਵਾਈਟਲ ਗਰਾਊਂਡ। ਉਹ ਸਾਡੇ ਵਾਸਤੇ ਬੜੀ ਅਹਿਮ ਗੱਲ ਹੈ ਕਿ ਜਿਹੜੀ ਮੋਰਚਾਬੰਦੀ ਦਿਸ ਰਹੀ ਸੀ, ਜਿਹਨੂੰ ਫੌਜ ਸਮਝ ਰਹੀ ਸੀ ਕਿ ਸ਼ਾਇਦ ਸਾਡਾ ਮੁਕਾਬਲਾ ਇਸ ਮੋਰਚਾਬੰਦੀ ਦੇ ਨਾਲ ਸੰਬੰਧਿਤ ਮੋਰਚਿਆਂ 'ਚੋਂ ਹੀ ਹੋਣਾ ਹੈ, ਦਰਅਸਲ ਉਹ ਸਿਰਫ ਇੱਕ ਵਿਖਾਵਾ ਸੀ। ਪਰ ਜਿਹੜਾ ਅਸਲ ਮੁਕਾਬਲਾ ਹੋਇਆ ਉਹ ਤਾਂ ਮੋਰਚੇ ਉਦੋਂ ਤਿਆਰ ਕੀਤੇ ਗਏ ਜਦੋਂ ਫੌਜ ਦੇ ਨਾਲ ਗੋਲਾਬਾਰੀ ਵੀ ਹੋ ਰਹੀ ਸੀ, ਜਿਸ ਦੇ ਬਾਰੇ ਫੌਜ ਨੂੰ ਕੋਈ ਜਾਣਕਾਰੀ ਵੀ ਨਹੀਂ ਸੀ। ਔਰ ਇਹਦੇ ਕਰਕੇ ਇਹ ਕਾਰ ਸੇਵਾ ਵਾਲੇ ਸਿੰਘਾਂ ਦੀ ਭੂਮਿਕਾ ਸਭ ਤੋਂ ਵੱਡੀ ਸੀ ਕਿ ਉਹਨਾਂ ਨੇ 2 ਜੂਨ ਦੀ ਰਾਤ ਤੋਂ ਲੈ ਕੇ ਤੇ ਤਕਰੀਬਨ 3 ਤੇ 4 ਜੂਨ ਦੀ ਰਾਤ ਤੱਕ ਵੀ ਨਵੇਂ ਮੋਰਚੇ ਜਿਹੜੇ ਨੇ ਉਹ ਤਿਆਰ ਕੀਤੇ ਨੇ। ਵਾਈਟਲ ਗਰਾਊਂਡ ਦੀ ਗੱਲ ਕੀਤੀ ਹੈ ਤੁਸੀਂ, ਇਹਦੇ ਬਾਰੇ ਥੋੜਾ ਜਿਹਾ ਵਿਸਤਾਰ ਨਾਲ ਜ਼ਰੂਰ ਦੱਸੋ, ਕਿਉਂਕਿ ਇਹ ਆਰਮੀ ਵੱਲੋਂ ਕਿਹਾ ਗਿਆ ਇਸ ਵਾਰ। ਹਾਂ, ਆਰਮੀ ਵੱਲੋਂ ਇਸ ਕਰਕੇ ਕਿਹਾ ਗਿਆ ਕਿ ਜਦੋਂ ਵੀ ਆਰਮੀ, ਜਿਸ ਤਰ੍ਹਾਂ ਹੁਣ ਜਦੋਂ ਆਰਮੀ ਨੇ ਦਰਬਾਰ ਸਾਹਿਬ ਦੇ ਉੱਪਰ ਵੀ ਇਹ ਹਮਲਾ ਕਰਨਾ ਸੀ, ਹਮਲਾਵਰ ਹੋ ਕੇ ਆਉਣਾ ਸੀ, ਤਾਂ ਉੱਤਰੀ ਦੁਆਰ ਵਾਲੇ ਪਾਸੇ ਜਿੱਧਰ ਘੰਟਾ ਘਰ ਵਾਲਾ ਪਾਸਾ, ਉਹਨਾਂ ਦੇ ਵੱਲੋਂ ਇੱਕ ਟੈਕਟੀਕਲ ਹੈੱਡਕੁਆਟਰ ਉਹਨੂੰ ਕਹਿੰਦੇ ਨੇ, ਉਹ ਸਥਾਪਿਤ ਕੀਤਾ ਗਿਆ, ਜਿੱਥੋਂ ਤੁਸੀਂ ਸਾਰੀ ਕਾਰਵਾਈ ਜਿਹੜੀ ਹੈ ਉਹਦੀ ਕਮਾਂਡ ਕਰਨੀ ਹੁੰਦੀ ਹੈ ਤੇ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਤੁਹਾਡੀ ਸਾਰੀ ਉਸ ਯੁੱਧ ਨੀਤੀ ਦੀ ਸਾਹ ਰਗ ਹੁੰਦੀ ਹੈ। ਸੋ ਉਸੇ ਹੀ ਸ਼ਬਦਾਵਲੀ ਨੂੰ ਵਾਈਟਲ ਗਰਾਊਂਡ ਦੇ ਰੂਪ 'ਚ ਵਰਤਦਾ ਹੈ ਕਿ ਇਹ ਮਤਲਬ ਕਿ ਇਹ ਟੈਕਟੀਕਲ ਜਿਹੜੀ ਸੀਗੀ ਨਾ, ਇਹ ਗਰਾਊਂਡ ਇੱਕ ਤਰ੍ਹਾਂ ਦੀ ਤਿਆਰ ਕਰ ਦਿੱਤੀ ਗਈ ਅਕਾਲ ਤਖਤ ਸਾਹਿਬ ਦੇ ਵਿੱਚ। ਤੁਸੀਂ ਕਹਿ ਸਕਦੇ ਹੋ ਕਿ ਅਕਾਲ ਤਖਤ ਸਾਹਿਬ ਹੀ ਸਾਰੀ ਰਣਨੀਤੀ ਦਾ ਕੇਂਦਰ ਬਣ ਗਿਆ ਸੀ। ਔਰ ਉਸ ਤੋਂ ਬਾਅਦ ਸੁਬੇਗ ਸਿੰਘ, ਜਨਰਲ ਸੁਬੇਗ ਸਿੰਘ 5 ਤੇ 6 ਦੀ ਦਰਮਿਆਨੀ ਰਾਤ ਨੂੰ ਸ਼ਹੀਦ ਹੋ ਜਾਂਦੇ ਨੇ। ਪਰੰਤੂ ਉਸ ਤੋਂ ਪਹਿਲਾਂ ਇੱਕ ਵਾਕੀ ਟਾਕੀ ਦਾ ਜ਼ਿਕਰ ਬਹੁਤ ਆਉਂਦਾ ਹੈ ਉਹਨਾਂ ਦੇ ਕੋਲ। ਇੱਕ ਇਹ ਜ਼ਿਕਰ ਆਉਂਦਾ ਹੈ ਕਿ ਉਹ ਵਾਕੀ ਟਾਕੀ ਆਰਮੀ ਦਾ ਸੀਗਾ। ਉਹਨਾਂ ਦੀ ਜਿੰਨੀ ਵੀ ਗੱਲਬਾਤ ਹੁੰਦੀ ਸੀਗੀ ਉਹ ਜਨਰਲ ਸੁਬੇਗ ਸਿੰਘ ਉਸ ਦੇ ਥਰੂ ਸੁਣਦੇ ਰਹੇ ਨੇ। ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਕਿ ਹੁਣ ਸਰਕਾਰ ਫੌਜ ਨੇ ਕੀ ਐਕਸ਼ਨ ਲੈਣਾ। ਕੀ ਇਹ ਬਿਲਕੁਲ ਸੱਚ ਸੀਗਾ? ਵੇਖੋ, ਇਹਦੇ ਬਾਰੇ ਸਬੂਤ ਨਾਲ ਕੁਝ ਨਹੀਂ ਕਿਹਾ ਜਾ ਸਕਦਾ, ਪਰ ਬਲਬੀਰ ਸਿੰਘ ਸੰਧੂ ਦੀ ਜੇਕਰ ਅਸੀਂ ਕਿਤਾਬ ਪੜ੍ਹਦੇ ਹਾਂ ਤੇ ਇਹ ਵੀ ਪਤਾ ਲੱਗਦਾ ਹੈ ਕਿ ਸਿੰਘਾਂ ਦੇ ਕੋਲ ਅੰਦਰ ਵਧੀਆ ਸੰਚਾਰ ਸਾਧਨ ਸੀ। ਜਿੱਥੋਂ ਤੱਕ ਵਾਕੀ ਟਾਕੀ ਦੀ ਗੱਲ ਹੁੰਦੀ ਹੈ, ਇਹ ਕਈ ਵਾਰੀ ਕੁਝ ਕੇਸਾਂ 'ਚ ਇੰਜ ਹੁੰਦਾ ਹੈ ਕਿ ਫਰੀਕੁਐਂਸੀ ਕਈ ਵਾਰੀ ਮੈਚ ਕਰ ਜਾਂਦੀ ਹੈ। ਕਈ ਵਾਰੀ ਇੱਕ ਵਾਕੀ ਟਾਕੀ ਤੋਂ ਦੂਸਰੀ ਧਿਰ ਦੀ ਹੋ ਰਹੀ ਗੱਲਬਾਤ ਕਈ ਵਾਰੀ ਫਰੀਕੁਐਂਸੀ ਮੈਚ ਕਰ ਜਾਂਦੀ ਹੈ ਤੇ ਸੁਣੀ ਜਾਂਦੀ ਹੈ। ਸੋ ਇਹ ਤਾਂ ਕੁਦਰਤੀ ਬਹੁਤ ਵਾਰੀ ਬਹੁਤ ਥਾਵਾਂ ਦੇ ਉੱਪਰ ਇਹ ਵਰਤਾਰੇ ਵਾਪਰ 'ਚ ਵੇਖਣ 'ਚ ਸੁਣਨ ਨੂੰ ਹਾਂ ਇਹ ਆਉਂਦੇ ਨੇ, ਇਹ ਵਰਤਾਰੇ ਤਾਂ ਆਉਂਦੇ ਨੇ। ਸਭ ਤੋਂ ਵੱਡੀ ਗੱਲ ਇਹ ਕਿ ਜਨਰਲ ਸੁਬੇਗ ਸਿੰਘ ਦੀ ਜਿਹੜੀ ਮ੍ਰਿਤਕ ਦੇਹ ਆ ਉਹ ਬੇਸ਼ੱਕ ਅਕਾਲ ਤਖਤ ਸਾਹਿਬ ਦੀ ਹੇਠਲੀ ਮੰਜ਼ਿਲ 'ਚੋਂ, ਜਿਹਨੂੰ ਆਪਾਂ ਭੋਰਾ ਕਹਿੰਦੇ ਆ, ਉਹਦੇ 'ਚੋਂ ਬਰਾਮਦ ਹੋਈ ਆ। ਪਰ ਤੁਸੀਂ ਇੱਕ ਗੱਲ ਵੇਖੋ ਕਿ ਜਿਹੜੀ ਮੈਂ ਗੱਲ ਪਹਿਲਾਂ ਵੀ ਕੀਤੀ ਸੀ ਕਿ ਫੌਜੀ ਮਾਹਰਾਂ ਦੇ ਮੁਤਾਬਕ ਸਭ ਤੋਂ ਵੱਧ ਸਕੁਐਸ਼ ਹੈਡ ਸ਼ੈਲ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਨੂੰ ਸਭ ਤੋਂ ਵੱਧ ਉਹ ਗੋਲੇ ਮਾਰੇ ਜਾਂਦੇ ਨੇ। ਇਹਦੇ ਬਾਵਜੂਦ ਅਕਾਲ ਤਖਤ ਸਾਹਿਬ ਦੀ ਮੋਰਚਾਬੰਦੀ ਕਿਵੇਂ ਦੀ ਹੋਵੇਗੀ ਕਿ ਅੰਦਰ ਸ਼ਹਾਦਤ ਕੋਈ ਨਹੀਂ ਹੁੰਦੀ। ਸੰਤ ਜਰਨੈਲ ਸਿੰਘ ਹੋਣੀ ਅਕਾਲ ਤਖਤ ਸਾਹਿਬ ਤੋਂ ਬਾਹਰ ਨਿਕਲ ਕੇ ਜੂਝ ਕੇ ਸ਼ਹਾਦਤਾਂ ਪਾਉਂਦੇ ਨੇ। ਸੋ ਪਹਿਲੀ ਗੱਲ ਕਿ ਵਾਕਿਆ ਜਦੋਂ ਬਰਾੜ ਲਿਖਦਾ ਹੈ ਕਿ ਇੱਕ ਜਿੱਥੇ ਵਾਈਟਲ ਗਰਾਊਂਡ ਤਾਂ ਹੈ ਹੀ ਹੈ, ਦੂਜੇ ਬੰਨੇ ਉਹ ਯੁੱਧ ਨੀਤਕ ਪੱਖ ਤੋਂ ਕਿਵੇਂ ਦਾ ਹੈੱਡਕੁਆਟਰ ਬਣਾਇਆ ਗਿਆ ਹੋਵੇਗਾ ਕਿ ਜਨਰਲ ਸੁਬੇਗ ਸਿੰਘ ਨੂੰ ਵੀ ਜਦੋਂ ਗੋਲੀ ਲੱਗਦੀ ਹੈ ਤਾਂ ਸਾਡੇ ਕੋਲ 2 ਸਬੂਤ ਨੇ ਜਿਹੜੇ ਇੱਕੋ ਡਾਇਰੈਕਸ਼ਨ ਦੀ ਗੱਲ ਕਰਦੇ ਨੇ। ਮੁਖਤਿਆਰ ਸਿੰਘ ਮੁਖੀ ਵੀ ਕਹਿੰਦੇ ਨੇ ਕਿ ਜਿੱਥੇ ਹੁਕਮਨਾਮਾ ਲਿਖਿਆ ਜਾਂਦਾ ਹੈ ਉਹਦੇ ਕੋਲ ਉਹਨਾਂ ਨੂੰ ਗੋਲੀ ਲੱਗੀ ਹਾਲਤ ਦੇ ਵਿੱਚ ਆਏ। ਇਹਦਾ ਮਤਲਬ ਕਿ ਉਹ ਉੱਤਰੀ ਦੁਆਰ ਵਾਲੇ ਪਾਸਿਓਂ ਆਏ ਸੀ। ਤੇ ਇਹੀ ਗੱਲ ਬਲਬੀਰ ਸਿੰਘ ਸੰਧੂ ਲਿਖਦੇ ਨੇ ਕਿ ਉੱਤਰੀ ਦੁਆਰ ਵਾਲੇ ਪਾਸੇ ਮੋਰਚਿਆਂ ਦੇ ਉੱਪਰ ਸਿੰਘਾਂ ਨੂੰ ਕੁਝ ਕਹਿ ਸਕਦੇ ਹੋ ਕਿ ਸੰਦੇਸ਼ ਜਾਂ ਸਿੰਘਾਂ ਨੂੰ ਕੁਝ ਜ਼ਰੂਰੀ ਜਿਹੜੀਆਂ ਨੁਕਤੇ ਸਮਝਾ ਰਹੇ ਸੀ ਜਦੋਂ ਉਹਨਾਂ ਦੇ ਆ ਕੇ ਗੋਲੀਆਂ ਲੱਗੀਆਂ। ਹੁਣ ਜਿਹੜੀਆਂ ਗੋਲੀਆਂ ਲੱਗੀਆਂ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਕ 4 ਨੇ। ਨਹੀਂ, ਪੋਸਟਮਾਰਟਮ ਤੋਂ ਪਹਿਲਾਂ ਇੱਕ ਹੋਰ ਬੜਾ ਅਹਿਮ ਗੱਲ ਹੈ ਕਿ ਜਦੋਂ ਇਹਨਾਂ ਨੂੰ ਗੋਲੀਆਂ ਲੱਗਦੀਆਂ ਨੇ ਤੇ ਇਹ ਅਕਾਲ ਤਖਤ ਸਾਹਿਬ ਦੇ ਤਹਿਖਾਨੇ 'ਚ ਪਹੁੰਚਦੇ ਨੇ ਸੰਤ ਜਰਨੈਲ ਸਿੰਘ ਜੀ ਦੇ ਕੋਲ, ਔਰ ਉਸ ਸਮੇਂ ਜਿਹੜੀ ਵਾਰਤਾਲਾਪ ਹੁੰਦੀ ਹੈ ਉਹਦੇ ਬਾਰੇ ਵੀ ਜ਼ਰੂਰ ਦੱਸੋ। ਹਾਂ ਬਿਲਕੁਲ, ਇਹ ਭਾਈ ਮੁਖਤਿਆਰ ਸਿੰਘ ਮੁਖੀ ਹੁਣਾਂ ਨੇ ਸਾਂਝੀ ਕੀਤੀ ਸੀ। ਬਲਬੀਰ ਸਿੰਘ ਹੁਣਾਂ ਨੇ ਵੀ ਇਸ ਨੂੰ ਕਿਤਾਬ 'ਚ ਲਿਖਿਆ ਹੈ ਕਿ ਜਦੋਂ ਇਹਨਾਂ ਦੇ ਗੋਲੀਆਂ ਲੱਗੀਆਂ ਤਾਂ ਇਹਨਾਂ ਨੇ ਪਹਿਲਾਂ ਤਾਂ ਕਿਸੇ ਸਿੰਘ ਨੂੰ ਆਵਾਜ਼ ਮਾਰੀ ਫੌਜੀ ਕਰਕੇ। ਹੁਣ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਇੱਕ ਹੋਰ ਵੀ ਫੌਜੀ ਸੁਬੇਗ ਸਿੰਘ ਵੀ ਹੈਗੇ ਸੀ ਜਿਹੜੇ ਇਸੇ ਮੈਦਾਨੇ ਜੰਗ 'ਚ ਜੂਝਦੇ ਸ਼ਹੀਦ ਹੋਏ। ਮੈਨੂੰ ਲੱਗਦਾ ਕਿ ਹੋ ਸਕਦਾ ਉਹ ਆਵਾਜ਼ ਉਹਨਾਂ ਨੂੰ ਮਾਰੀ ਹੋਵੇ ਕਿਉਂਕਿ ਉਹਨਾਂ ਨੇ ਫੌਜੀ ਕਹਿ ਕੇ ਇਸ ਕਰਕੇ ਸੰਬੋਧਨ ਕੀਤਾ ਹੋਵੇ। ਇੱਕ ਤਾਂ ਉਹ ਵੀ ਆਰਮੀ 'ਚੋਂ ਸੀਗੇ, ਇੱਕ ਉਹ ਹਮਨਾਮ ਸੀਗੇ ਤੇ ਨਾਮ ਲੈਣ ਦੇ ਨਾਲ ਉਹਨਾਂ ਨੇ ਫੌਜੀ ਕਹਿਣਾ ਠੀਕ ਸਮਝਾਏਗਾ। ਪਰ ਇਹਦੇ
ਪਿੱਛੇ ਦਾਵਾ ਕੋਈ ਨਹੀਂ ਹੈ, ਇਹ ਮੇਰੀ ਇੱਕ ਸੋਚ ਹੋ ਸਕਦੀ ਹੈ ਕਿ ਕਹਿੰਦੇ ਨੇ ਕਿ ਉਹਨਾਂ ਨੇ ਫੌਜੀ ਕਹਿ ਕੇ ਆਵਾਜ਼ ਮਾਰੀ। ਉਸ ਤੋਂ ਬਾਅਦ ਉਹ ਸਿੰਘ ਉਹਨਾਂ ਨੂੰ ਆਸਰਾ ਦੇ ਕੇ ਸੰਤਾਂ ਦੇ ਕੋਲ ਜਿਹੜਾ ਸੀ ਭੋਰੇ ਦੇ ਵਿੱਚ ਲੈ ਕੇ ਆਇਆ। ਹੁਣ ਉਦੋਂ ਤੱਕ ਬਲਬੀਰ ਸਿੰਘ ਸੰਧੂ ਦੀ ਕਿਤਾਬ ਨੂੰ ਪੜ੍ਹੋ ਤਾਂ ਕਹਿੰਦੇ ਕਿ ਬਹੁਤ ਸਾਰਾ ਖੂਨ ਵਹਿ ਚੁੱਕਾ ਸੀ। ਓਬਵੀਅਸਲੀ ਪੋਸਟਮਾਰਟਮ ਦੀ ਗੱਲ ਅਸੀਂ ਬਾਅਦ 'ਚ ਕਰਦੇ ਹਾਂ। ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਗੋਲੀਆਂ ਜਿੱਥੇ ਲੱਗੀਆਂ ਸੀ, ਕੁਦਰਤੀ ਆ ਕਿ ਉੱਥੇ ਖੂਨ ਵਹਿਣਾ ਹੀ ਵਹਿਣਾ ਸੀ। ਪਰ ਇੰਨੀ ਜ਼ਿਆਦਾ ਬਲੀਡਿੰਗ ਹੋ ਰਹੀ ਆ, ਕਿੰਨੇ ਉਹਨਾਂ ਦੇ ਜਿਹੜੇ ਵਾਈਟਲ ਆਰਗਨਸ ਨੇ ਜਿਨ੍ਹਾਂ ਦੇ ਉੱਪਰ ਗੋਲੀਆਂ ਲੱਗੀਆਂ ਨੇ, ਉਹਦੇ ਬਾਵਜੂਦ ਜਿਹੜੀ ਵਾਰਤਾਲਾਪ ਹੈ ਉਹ 'ਚ ਚੜ੍ਹਦੀ ਕਲਾ ਕਿੰਨੀ ਹੈ। ਪਹਿਲੀ ਚੜ੍ਹਦੀ ਕਲਾ ਤੇ ਇਹ ਹੈ ਕਿ ਸੰਤ ਜੀ ਮੈਂ ਆਪਣਾ ਸ਼ਸਤਰ ਨਾਲ ਲੈ ਕੇ ਆਇਆ। ਔਰ ਇਹੀ ਗੱਲ ਕੁਲਦੀਪ ਬਰਾੜ ਵੀ ਆਪਣੀ ਕਿਤਾਬ 'ਚ ਲਿਖਦਾ ਹੈ ਕਿ ਜਦੋਂ ਅਸੀਂ ਉਹਦੀ ਡੈੱਡ ਬੋਡੀ ਬਰਾਮਦ ਕੀਤੀ ਤੇ ਕਲਚਡ ਹਿਸ ਕਾਰਬਾਈਨ ਇਨ ਹਿਸ ਹੈਂਡ, ਵੀ ਘੁੱਟ ਕੇ ਉਹਨੇ ਆਪਣੀ ਜਿਹੜੀ ਕਾਰਬਾਈਨ ਹੈ ਆਪਣੇ ਹੱਥ ਦੇ ਵਿੱਚ ਫੜੀ ਹੋਈ ਸੀ ਤੇ ਕੋਲ ਹੀ ਉਹਦਾ ਵਾਕੀ ਟਾਕੀ ਸੈੱਟ ਪਿਆ ਸੀ। ਸੋ ਉਹ ਕੁਲਦੀਪ ਬਰਾੜ ਦੀ ਜਿਹੜੀ ਕਿਤਾਬ ਆ ਉਹ ਤੋਂ ਵੀ ਇਹ ਦੋ ਗੱਲਾਂ ਸਾਬਤ ਹੋ ਜਾਂਦੀਆਂ ਨੇ ਕਿ ਉਹ ਜਦੋਂ ਆਏ ਤੇ ਮੋਰਚੇ ਵਿੱਚੋਂ ਹੀ ਆਏ ਹੋਣਗੇ, ਹਥਿਆਰ ਉਹਨਾਂ ਦੇ ਕੋਲ ਸੀ, ਵਾਕੀ ਟਾਕੀ ਉਹਨਾਂ ਦੇ ਕੋਲ ਸੀ। ਸੰਤ ਜਰਨੈਲ ਸਿੰਘ ਦੇ ਨਾਲ ਜਿਹੜੀ ਵਾਰਤਾਲਾਪ ਹੈ, ਇੱਕ ਵਾਰੀ ਇੱਕ ਸੈਮੀਨਾਰ ਸੀਗਾ, ਤੋਂ ਸੈਮੀਨਾਰ ਦੇ ਵਿੱਚ ਭਾਈ ਨਰੈਣ ਸਿੰਘ ਵੀ ਸੀਗੇ, ਸਾਰੇ ਅਸੀਂ ਸੀਗੇ, ਤੇ ਉਦੋਂ ਇੱਕ ਵੀਰ ਨੇ ਸਾਂਝੀ ਕੀਤੀ ਸੀਗੀ। ਤਾਂ ਉਸ ਤੋਂ ਬਾਅਦ ਮੁਖਤਿਆਰ ਸਿੰਘ ਮੁਖੀ ਹੁਣਾਂ ਨੇ ਵੀ ਇੰਟਰਵਿਊ 'ਚ ਦੱਸਿਆ ਕਿ ਸੰਤ ਜਰਨੈਲ ਸਿੰਘ ਹੁਣਾਂ ਦੇ ਨਾਲ ਜਿਹੜੀ ਉਹ ਵਾਰਤਾਲਾਪ ਹੋਈ, ਉਹਦੇ ਵਿੱਚ ਉਹਨਾਂ ਨੇ ਇੰਨਾ ਹੀ ਕਿਹਾ ਕਿ ਮੈਂ ਚਾਹੁੰਦਾ ਸੀਗਾ ਕਿ ਮੇਰਾ ਜਿਹੜਾ ਅੰਤਮ ਸਮਾਂ ਵਾ ਉਹ ਅਕਾਲ ਤਖਤ ਸਾਹਿਬ ਦੇ ਉੱਪਰ ਹੀ ਹੋਵੇ, ਤੇ ਜਿਹੜਾ ਮੈਂ ਪ੍ਰਣ ਕੀਤਾ ਸੀ ਤੁਹਾਡੇ ਨਾਲ ਉਸ ਮੈਂ ਪ੍ਰਣ ਨੂੰ ਪੂਰਾ ਕੀਤਾ, ਤੇ ਤੁਸੀਂ ਗੁਰੂ ਦੇ ਚਰਨਾਂ ਦੇ 'ਚ ਅਰਦਾਸ ਕਰਨਾ ਕਿ ਮੈਨੂੰ ਆਪਣੇ ਚਰਨਾਂ ਦੇ 'ਚ ਨਿਵਾਸ ਬਖਸ਼ਿਸ਼ ਕਰੇ। ਸੋ ਵੱਖ-ਵੱਖ ਜਿਹੜੇ ਹੈਗੇ ਨੇ ਸਾਡੇ ਪ੍ਰਤੱਖਦਰਸ਼ੀ, ਉਹਨਾਂ ਦੀ ਸ਼ਬਦਾਵਲੀ 'ਚ ਥੋੜ੍ਹਾ ਫਰਕ ਹੋ ਸਕਦਾ ਹੈ, ਪਰ ਆ ਜਾ ਕੇ ਉਹਨਾਂ ਨੇ ਸੰਤਾਂ ਦੇ ਨਾਲ ਇੰਨੀ ਕੁ ਵਾਰਤਾਲਾਪ ਕੀਤੀ। ਤੇ ਮੁਖਤਿਆਰ ਸਿੰਘ ਹੁਣਾਂ ਦੇ ਮੁਤਾਬਕ ਜਿਹੜੀ ਸੰਤਾਂ ਦੇ ਜਵਾਬ ਸੀਗਾ ਕਿ ਤੁਹਾਡੇ ਤੋਂ ਬਾਅਦ ਮੈਂ ਵੀ ਜਲਦੀ ਆ ਜਾਣਾ। ਇਹਦਾ ਤੋਂ ਮਤਲਬ ਸੀ ਕਿ ਸ਼ਹਾਦਤ ਦੇ ਪ੍ਰਤੀ ਜਿਹੜੀਆਂ ਸਾਰੀਆਂ ਸ਼ਖਸੀਅਤਾਂ ਉੱਥੇ ਜੂਝ ਰਹੀਆਂ ਸੀਗੀਆਂ, ਉਹ ਬਹੁਤ ਜ਼ਿਆਦਾ ਦ੍ਰਿੜ ਇਰਾਦੇ ਦੇ ਨਾਲ ਉੱਥੇ ਬੈਠੀਆਂ ਹੋਈਆਂ ਸੀਗੀਆਂ। ਉਸ ਤੋਂ ਬਾਅਦ ਉਹਨਾਂ ਦੇ ਬਹੁਤ ਜ਼ਿਆਦਾ ਬਲੀਡਿੰਗ ਹੁੰਦੀ ਆ, ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਚਲੇ ਜਾਂਦੇ ਨੇ। ਭਾਈ ਅਮਰੀਕ ਸਿੰਘ ਉਹਨਾਂ ਦੇ ਉੱਪਰ ਇੱਕ ਚਾਦਰ ਜਾਂ ਖੇਸ ਡੱਬੀਆਂ ਵਾਲਾ ਉਹ 'ਚ ਸ਼ਬਦ ਆਇਆ ਸੀਗਾ ਕਿ ਉਹ ਉਹਦੇ ਉੱਪਰ ਪਾ ਦਿੰਦੇ ਨੇ, ਤੇ ਉਹਦੇ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਹੈ 7 ਜੂਨ ਨੂੰ ਤਕਰੀਬਨ ਸਵੇਰੇ ਦਿਨ ਚੜੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਉਹ ਬਰਾਮਦ ਹੁੰਦੀ ਹੈ। ਔਰ ਪੋਸਟਮਾਰਟਮ ਜਿਹੜਾ ਰਿਪੋਰਟ ਆਉਂਦੀ ਹੈ ਉਹਦੇ ਤੇ 9 ਤਰੀਕ ਲਿਖਿਆ ਹੋਇਆ ਹੈ, ਯਾਨੀ ਕਿ 9 ਜੂਨ ਨੂੰ ਪੋਸਟਮਾਰਟਮ ਹੁੰਦਾ ਉਹਨਾਂ ਦਾ। ਵੇਖੋ ਪੋਸਟਮਾਰਟਮ ਦੇ ਉੱਪਰ ਕੋਈ ਸ਼ੱਕ ਨਹੀਂ ਹੈ, 9 ਜੂਨ ਹੀ ਹੈ। ਹੁਣ ਇਹੀ ਗੱਲ ਹੈ ਕਿ ਉਹਨਾਂ ਦੀ ਸ਼ਹਾਦਤ ਜਿਹੜੀ ਆ ਉਹ ਤਾਂ ਤਕਰੀਬਨ 5 ਜੂਨ ਦੀ ਅੱਧੀ ਰਾਤ ਤੋਂ ਬਾਅਦ 6 ਜੂਨ ਦਾ ਚੜ੍ਹਾਇਆ ਉਦੋਂ ਹੋ ਚੁੱਕੀ ਹੈ। 7 ਜੂਨ ਨੂੰ ਸਵੇਰੇ ਪੌ ਫਟਾਲੇ ਤੋਂ ਪਹਿਲਾਂ ਉਹਨਾਂ ਦੀ ਡੈੱਡ ਬੋਡੀ ਜਿਹੜੀ ਆ ਉਹ ਬਰਾਮਦ ਹੋ ਚੁੱਕੀ ਹੈ। ਉਹਨਾਂ ਦਾ ਸੰਸਕਾਰ ਕਿੱਥੇ ਕੀਤਾ ਗਿਆ ਸਾਨੂੰ ਉਹਦੇ ਬਾਰੇ ਅਜੇ ਤੱਕ ਪੂਰੀ ਤਰ੍ਹਾਂ ਦੇ ਨਾਲ ਕੋਈ ਕਨਫਰਮੇਸ਼ਨ ਨਹੀਂ ਹੈਗੀ, ਪਰ ਲੱਗਦਾ ਹੈ ਕਿ ਜਾਂ ਤਾਂ ਫੌਜ ਨੇ ਪਰਿਵਾਰ ਦੇ ਨਾਲ ਕੋਈ ਸੰਬੰਧ ਪੈਦਾ ਕੀਤਾ ਹੋਵੇਗਾ, ਕਿਉਂਕਿ ਆਫਟਰ ਆਲ ਇੱਕ ਇੰਨੇ ਵੱਡੇ ਡੈਕੋਰੇਟਡ ਜਿਹੜੇ ਰੈਂਕ ਦੇ ਆਫੀਸਰ ਸੀਗੇ, ਤੇ ਕਿਤੇ ਨਾ ਕਿਤੇ ਪਰਿਵਾਰ ਦੇ ਨਾਲ ਕੋਈ ਸੰਪਰਕ ਸਥਾਪਿਤ ਕੀਤਾ ਹੋਇਆ, ਜਾਂ ਫੌਜ ਨੇ ਕਿਤੇ ਉਹਨਾਂ ਦੀਆਂ ਅੰਤਮ ਰਸਮਾਂ ਆਪਣੀਆਂ ਕਹਿ ਸਕਦੇ ਹੋ ਕਿ ਜਿਹੜੇ ਉਹਨਾਂ ਦੀਆਂ ਰੋਹ ਰੀਤਾਂ ਨੇ ਉਹਦੇ ਮੁਤਾਬਕ ਕੀਤੀਆਂ ਹੋਣ। ਸੋ ਇਹਦੇ ਬਾਰੇ ਪਤਾ ਨਹੀਂ ਹੈ ਕਿ ਇਹਦੇ 'ਚ ਇੰਨੀ ਡਿਲੇ ਕਿਉਂ ਆ ਵੀ 7 ਜੂਨ ਨੂੰ ਉਹਦੀ ਡੈੱਡ ਬੋਡੀ ਬਰਾਮਦ ਹੋ ਜਾਂਦੀ ਤੇ 9 ਜੂਨ ਨੂੰ ਪੋਸਟਮਾਰਟਮ ਕੀਤਾ ਜਾਂਦਾ। ਇਹ ਡਿਲੇ ਦਾ ਜਵਾਬ ਮੇਰੇ ਖਿਆਲ ਨਾਲ ਪਰਿਵਾਰ ਦੇ ਵਿੱਚੋਂ ਹੀ ਹੌਲੀ ਸ਼ਾਇਦ ਸਾਹਮਣੇ ਆਵੇਗਾ, ਜਾਂ ਹੋ ਸਕਦਾ ਕੋਈ ਹੋਰ ਸਿੰਘ ਕੱਲ੍ਹ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕਾਰਨ ਦੱਸ ਸਕਣ, ਜਾਂ ਕੋਈ ਡਾਕਟਰ ਜਿਹੜਾ ਮੌਕੇ ਦੇ ਉੱਪਰ ਹਾਜ਼ਰ ਸੀਗਾ ਜਿਨ੍ਹਾਂ ਨੇ ਇਹ ਪੋਸਟਮਾਰਟਮ ਕੀਤਾ, ਜਾਂ ਉਹਦਾ ਵੱਲੋਂ ਕੋਈ ਗੱਲ ਆ ਜਾਵੇ। ਪਰ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਉਹਦੇ ਮੁਤਾਬਕ ਉਹਨਾਂ ਦੇ ਜਿਹੜੀਆਂ 4 ਗੋਲੀਆਂ ਲੱਗੀਆਂ ਨੇ, ਉਹ 4 ਗੋਲੀਆਂ ਹੀ ਤਕਰੀਬਨ ਕੋਨੀਕਲ ਹੈਡ ਨੇ ਔਰ 7.62 ਦੀਆਂ ਲੱਗਦੀਆਂ ਨੇ ਪੋਸਟਮਾਰਟਮ ਦੀ ਰਿਪੋਰਟ ਦੇ ਮੁਤਾਬਕ, ਕਿਉਂਕਿ ਉਹਨਾਂ ਦੇ ਜਿਹੜੇ ਗੋਲੀਆਂ ਦੇ ਵੱਜਣ ਦੇ ਨਾਲ ਜਿਹੜੇ ਨਿਸ਼ਾਨ ਨੇ ਸੱਟਾਂ ਦੇ ਉੱਪਰ, ਇੱਕ ਤਾਂ ਬਿਲਕੁਲ ਉਹਨਾਂ ਦੇ ਹਾਰਟ ਦੇ ਵਿੱਚ, ਪੂਰਾ ਦਿਲ ਦੇ ਵਿੱਚ, ਉਹਦੇ ਵਿੱਚ ਵੀ ਹੈਗਾ ਇਨਵਰਟਡ ਮਾਰਜਨ ਕਿ ਉਹਦੇ ਜਿਹੜੇ ਜ਼ਖਮ ਦੇ ਕੰਢੇ ਨੇ ਅੰਦਰ ਨੂੰ ਧੱਸੇ ਹੋਏ ਨੇ, ਇਹ ਤਾਂ ਮਤਲਬ ਗੋਲੀ ਸਾਹਮਣੇ ਪਾਸੇ ਤੋਂ ਲੱਗੀ ਹੈ। ਦੂਸਰਾ ਖੱਬੇ ਫੇਫੜੇ ਦੇ ਵਿੱਚ ਹੈ, ਤੀਸਰੀ ਮਿਹਦੇ ਦੇ ਵਿੱਚ ਹੈ, ਚੌਥੀ ਗੁਰਦੇ ਦੇ ਵਿੱਚ ਹੈ। ਇਹ ਚੌਵੇਂ ਵਾਈਟਲ ਆਰਗਨ ਨੇ ਕਿ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਜਿਹੜਾ ਬਰਬਾਦ ਹੋ ਜਾਵੇ ਤੇ ਬੰਦਾ ਜ਼ਿੰਦਗੀ ਨਹੀਂ ਜੀ ਸਕਦਾ। ਸੋ 4 ਗੋਲੀਆਂ ਦਾ ਲੱਗਣਾ ਤੇ 4 ਗੋਲੀਆਂ ਦਾ ਫਿਰ ਆਰ-ਪਾਰ ਹੋ ਜਾਣਾ, ਇਹਦਾ ਮਤਲਬ ਕਿ ਬਹੁਤ ਹੀ ਜ਼ਿਆਦਾ ਜਿਹਨੂੰ ਅਸੀਂ ਘਾਤਕ ਹਥਿਆਰ ਕਹਿੰਦੇ ਹਾਂ, ਕਿ ਘਾਤਕ ਹਥਿਆਰ ਦੀ ਜਿਹੜੀ ਫਾਇਰਿੰਗ ਸੀ ਜਿਹੜੀ ਉਹਨਾਂ ਦੇ ਉੱਪਰ ਹੋਈ, ਮੋਰਚੇ ਦੀ ਜਦੋਂ ਉਹ ਸਿੰਘਾਂ ਨੂੰ ਕੁਝ ਹਦਾਇਤਾਂ ਦੇ ਰਹੇ ਹੋਣਗੇ ਉਸ ਵੇਲੇ ਹੋਈ। ਤੇ ਜਿਹੜੀ ਗੱਲ ਫਿਰ ਇੱਥੇ ਸਾਬਤ ਹੋ ਜਾਂਦੀ ਹੈ ਕਿ ਜਦੋਂ ਭਾਈ ਮੁਖਤਿਆਰ ਸਿੰਘ ਤੇ ਬਲਬੀਰ ਸਿੰਘ ਕਹਿੰਦੇ ਨੇ ਕਿ ਖੂਨ ਦੀਆਂ ਘਰਾਲਾਂ ਵਗ ਰਹੀਆਂ ਸੀਗੀਆਂ, ਤੇ ਓਬਵੀਅਸਲੀ ਜਦੋਂ ਹਾਰਟ ਤੋਂ ਲੈ ਕੇ ਗੁਰਦਿਆਂ ਤੱਕ ਜਦੋਂ ਗੋਲੀਆਂ ਲੱਗਣਗੀਆਂ ਤੇ ਗੋਲੀਆਂ ਆਰ-ਪਾਰ ਹੋਈਆਂ ਹੋਣਗੀਆਂ ਤਾਂ ਬਲੀਡਿੰਗ ਤਾਂ ਬਹੁਤ ਜ਼ਿਆਦਾ ਹੋਵੇਗੀ। ਸੋ ਉਹੀ ਉਹਨਾਂ ਦਾ ਜਿਹੜਾ ਡੈਥ ਦਾ ਕਾਰਨ ਆ ਉਹ ਵੀ ਲਿਖਿਆ ਕਿ ਵਾਈਟਲ ਆਰਗਨ ਜਿਹੜੇ ਸੀਗੇ ਉਹ ਬਰਬਾਦ ਹੋ ਗਏ ਤੇ ਬਲੀਡਿੰਗ ਬਹੁਤ ਜ਼ਿਆਦਾ ਹੋਈ। ਸੋ 1984 ਦੇ ਵਿੱਚ ਜਨਰਲ ਸੁਬੇਗ ਸਿੰਘ ਨੇ ਜਿਸ ਪ੍ਰਕਾਰ ਸ਼ਹਾਦਤ ਪਾਈ ਹੈ, ਜਿਸ ਪ੍ਰਕਾਰ ਮੋਰਚਾਬੰਦੀ ਕੀਤੀ ਹੈ, ਔਰ ਅਖੀਰ ਤੱਕ ਉਸ ਮੋਰਚਾਬੰਦੀ ਨੂੰ ਜੇ ਅਸੀਂ ਕਹਿ ਲਈਏ 9 ਜੂਨ ਤੱਕ ਵੀ ਉਹ ਮੋਰਚਾਬੰਦੀ ਕਾਇਮ ਰਹੀ ਹੈ, ਔਰ ਉੱਥੇ ਕੁਝ ਸਿੰਘ ਮੌਜੂਦ ਵੀ ਰਹੇ ਨੇ 9 ਜੂਨ ਤੱਕ ਵੀ ਆਰਮੀ ਜਿਹੜੀ ਉਹਨਾਂ ਦਾ ਪਤਾ ਨਹੀਂ ਲਗਾ ਸਕੀ।
ਸੋ ਅਸੀਂ ਸਲੂਟ ਕਰਦੇ ਹਾਂ ਇਹੋ ਜਿਹੇ ਜਨਰਲ ਨੂੰ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਅੰਦਰ ਮੋਰਚਾਬੰਦੀ ਕਰਕੇ ਸਿੰਘਾਂ ਦਾ ਜਿਹੜਾ ਨੁਕਸਾਨ ਸੀਗਾ ਉਸ ਨੂੰ ਬਚਾਉਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਔਰ ਆਮੋ ਸਾਹਮਣਾ ਜਿਹੜਾ ਮੁਕਾਬਲਾ ਹੋਇਆ ਸੀਗਾ ਉਸ ਦੇ ਵਿੱਚ ਫੌਜ ਵੀ ਜਿਹੜੀ ਸੀਗੀ ਉਹ ਵੀ ਹੈਰਾਨ ਰਹਿ ਗਈ ਸੀ ਕਿ ਇਹ ਜਿਹੜੀਆਂ ਗੋਲੀਆਂ ਨੇ ਇਹ ਕਿੱਥੋਂ ਆ ਰਹੀਆਂ ਨੇ। ਉਸ ਤੋਂ ਬਾਅਦ ਉਹਨਾਂ ਨੂੰ ਪਤਾ ਚੱਲਿਆ ਸੀ ਕਿ ਇਹ ਬਿਲਕੁਲ ਨੀਚੇ ਤੋਂ ਜਿਹੜੀ ਸੀਗੇ ਔਰ ਵਰਮੇ ਦੇ ਨਾਲ ਜਿਹੜੇ ਸੀਗੇ ਉਹਦੇ 'ਚ ਸ਼ੇਕ ਕਰਕੇ ਉੱਥੇ ਗਨ ਪੁਆਇੰਟ ਦੇ ਲਈ ਬਣਾਇਆ ਗਿਆ ਸੀਗਾ ਔਰ ਉੱਥੋਂ ਜਿਹੜੀਆਂ ਸੀਗੀਆਂ ਗੋਲੀਆਂ ਆ ਰਹੀਆਂ ਸੀਗੀਆਂ। ਇਸ ਪ੍ਰਕਾਰ ਦੀ ਜਿਹੜੀ ਸੀਗੀ ਮੋਰਚਾਬੰਦੀ ਕੀਤੀ ਸੀਗੀ। ਤੁਸੀਂ ਦੇਖ ਰਹੇ ਹੋ KTV UK, ਕੈਮਰਾਮੈਨ ਅਲਜਿੰਦਰ ਦੇ ਨਾਲ ਪਲਵਿੰਦਰ ਕੌਰ।